ਸਾਹਿਬ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ। ਆਦਿ ਸਚ ਜੁਗਾਦ ਸਚ ਹੈ ਵੀ ਸਚ। ਆਦਿ ਸਚ ਜੁਗਾਦ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਅੰਤ ਨਾ ਪਾਵਤ ਦੇਵ ਸਭੈ ਮੁਨੀਂਦਰ ਮਹਾ ਸ਼ਿਵ ਜੋਗ ਕਰੀ। ਫੁਨ ਵੇਦ ਵਿਰੰਤ ਵਿਚਾਰ ਰਹਿਓ। ਹਰ ਜਾਪਨਾ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ। ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ। ਗੁਰ ਜੋਤਿ ਅਰਜਨ ਵਾਹੇ ਧਰੀ। ਤਤ ਵਿਚਾਰ ਰਹਿ ਮਥੁਰਾ ਜਗ ਤਾਰਨ ਕੋ। ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਕਰ ਬਨਾਇਓ। ਐਸੇ ਗੁਰ ਕੋ ਬਲ ਬਲ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ।
ਜਾਈਐ ਆਪ ਸੁਖ ਹੋਇ ਤਾਰੇ। ਕਵਣ 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 ਗੁਣ ਕਹੀਐ ਅੰਤ ਨਹੀਂ ਕਿਸ ਪਾਰੇ। ਲਾਖ 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 ਕਈ ਕੋਰੈ ਲਾਖ 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 ਕਈ ਕੋਰੈ ਕੋ ਹੈ ਸੋ ਵਿਚਾਰੈ। ਬਿਸਮ 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 ਹੀ ਭਈ ਹੈ ਲਾਲ ਗੁਲਾਲ ਨਕਾਰੈ। ਕਉ ਨਾਨਕ ਸੰਤਨ ਰਸ ਆਈ ਹੈ ਜੋ ਜਾਗ ਮੁਕਾ ਮੁਸਕਾਰੈ। ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ। ਮਰਨਾ ਕਬੂਲ ਲੈ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ। ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ। 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 ਜੀਵਨ ਦੀਆਂ ਜੀਵਨ ਦੀਆਂ ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ। ਮਰਨਾ ਕਬੂਲ ਲੈ ਜੀਵਨ ਦੀਆਂ ਛੱਡ ਦੇ ਆਸਾਂ। ਮਰਨਾ ਕਬੂਲ ਪਾਤਰ ਪਾਵਨ ਪੰਡਿਤ ਵਛਲ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਾਹਰ ਜਹੂਰ ਸਰਬ ਕਲਾ ਭਰਪੂਰ। ਦਸਾਂ ਸਤਿਗੁਰਾਂ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸੰਗਤ ਜੀਓ ਜਵਾਬ ਜੀ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ। ਸ਼ਹੀਦਾਂ ਦੇ ਸਰਤਾਜ ਸਤਿਗੁਰੂ, ਉਹਨਾਂ ਦੀ ਸ਼ਹੀਦੀ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਲੈ ਕੇ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ। ਆਪ ਸੰਗਤਾਂ ਨੇ ਸ਼੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ। ਨਾਲ ਸ਼੍ਰੀ ਜਪਜੀ ਸਾਹਿਬ ਦੇ ਖੰਡ ਪਾਠ ਹੋਏ। ਸੋ ਆਓ ਹੁਣ ਕੁਝ ਕੁ ਸਮਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਇਤਿਹਾਸ ਸਰਵਣ ਕਰੀਏ। ਗੁਰੂ ਸਾਹਿਬ ਜੀ ਕਿਉਂ ਕੁਰਬਾਨ ਹੋਏ, ਕਿਉਂ ਮਹਾਰਾਜ ਨੇ ਇਤਨੀ ਗਰਮੀ ਦੇ ਵਿੱਚ ਤਤੀਆਂ ਤਵੀਆਂ ਤੇ ਬਹਿ ਕੇ ਆਪਾ ਕੁਰਬਾਨ ਕਰ ਗਏ। ਐਸੇ ਸਤਿਗੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ
ਆਪ ਜੀ ਕੁਝ ਕੁ ਸਮਾਂ ਮਨ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ਿਸ਼ ਪਹਿਲਾਂ ਦੁਹਰਾਓ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਭਾਈ ਗੁਰਦਾਸ ਦੀ ਬਾਣੀ ਪੜ੍ਹਦਿਆਂ ਭਾਈ ਗੁਰਦਾਸ ਜੀ ਕਹਿੰਦੇ, ਮਾਰਿਆ ਛਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਤਿਗੁਰਾਂ ਜੀ ਨੇ ਨਿਰਮਲ ਪੰਥ ਚਲਾਉਣਾ ਕੀਤਾ। ਕੋਈ ਇਹਦੇ ਵਿੱਚ ਵਹਿਮ ਭਰਮ ਨਹੀਂ ਹੈ। ਖੰਡਨ ਕਰਦੀ ਹੈ ਬਾਣੀ ਤਾਂ ਪਰਮੇਸ਼ਰ ਦਾ ਮੰਡਣ ਹੈ, ਅਕਾਲ ਪੁਰਖ ਦਾ ਪੂਜਣ ਹੈ। ਤੇ ਸਾਧ ਸੰਗਤ ਜੀ, ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛ ਲਓ ਵੀ ਗੁਰੂ ਨਾਨਕ ਸਾਹਿਬ ਕੌਣ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਪਰਮੇਸ਼ਰ ਅਕਾਲ ਪੁਰਖ ਹੈ। ਤੇ ਸਾਧ ਸੰਗਤ ਜੀ, ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵੇਲੇ ਦੁਨੀਆ ਤੇ ਆਏ, ਮਹਾਰਾਜ ਨੇ ਨਿਰਮਲ ਪੰਥ ਚਲਾਉਣਾ ਕੀਤਾ। ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜਾਂਦੇ, ਉੱਥੇ ਉੱਥੇ ਬਾਣੀ ਉਚਾਰਦੇ ਹੈ। ਆਪ ਜੀ ਪਿਆਰ ਸਤਿਕਾਰ ਦੇ ਸਹਿਤ ਇਹ ਸਾਰਾ ਇਤਿਹਾਸ ਸੁਣਿਓ। ਸਾਧ ਸੰਗਤ ਜੀ, ਜ਼ਰੂਰ ਮਨ ਨੂੰ ਇਕਾਗਰ ਕਰਕੇ ਗੁਰੂ ਸਾਹਿਬ ਜਿੱਥੇ ਜਿੱਥੇ ਵੀ ਜਾਂਦੇ ਹੈ, ਉੱਥੇ ਉੱਥੇ ਬਾਣੀ ਉਚਾਰਦੇ ਹੈ। ਤੇ ਜਦੋਂ ਪੰਜਵੇਂ ਮਹਾਰਾਜ ਗੁਰਤਾ ਗੱਦੀ ਤੇ ਆਏ, ਮੇਰੇ ਗੁਰੂਦੇਵ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਬਚਨ ਕੀਤੇ ਸੀ, ਦੋਇਤਾ ਬਾਣੀ ਕਾ ਬੋਇਤਾ। ਮੇਰਾ ਜਿਹੜਾ ਦੋਤਾ ਹੋਊਗਾ ਨਾ, ਬਾਣੀ ਦਾ ਜਹਾਜ਼ ਹੋਏਗਾ। ਬੋਹਿਤਾ ਨਾਮ ਜਹਾਜ਼ ਦਾ ਹੈ। ਬੀਬੀ ਭਾਨੀ ਜੀ ਸੇਵਾ ਮਹਾਰਾਜ ਦੀ ਕਰਦੇ ਸੀ। ਕਿਤੇ ਪੰਜਵੇਂ ਪਾਤਸ਼ਾਹ ਬਚਪਨ ਦੇ ਵਿੱਚ ਮਹਾਰਾਜ ਰਿੜਦੇ ਨਾ, ਵੱਡੇ ਗੁਰੂ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਗੁਰਤਾ ਗੱਦੀ ਤੇ ਬਿਰਾਜਮਾਨ ਸੀ। ਤੇ ਜਾ ਕੇ ਮਹਾਰਾਜ ਨੇ ਪਲੰਗੇ ਨੂੰ ਹੱਥ ਪਾ ਲਿਆ। ਮਾਤਾ ਭਾਨੀ ਜੀ ਭੋਜਨ ਛਕਾ ਰਹੇ ਸੀ ਗੁਰੂ ਪਿਤਾ ਨੂੰ। ਬੀਬੀ ਭਾਨੀ ਜੀ ਭੋਜਨ ਛਕਾਉਂਦੇ ਨੇ, ਤੇ ਉਸ ਵੇਲੇ ਖਿਆਲ ਆਇਆ ਵੀ ਪੰਜਵੇਂ ਮਹਾਰਾਜ ਤਾਂ ਖੇਡਦੇ ਫਿਰਦੇ ਐ। ਤੈ ਜਨਮਤ ਗੁਰਮਤ ਬ੍ਰਹਮ ਪਛਾਣੇ, ਭੱਟਾਂ ਦੀ ਸਵਈਆਂ ਦੀ ਬਾਣੀ ਕਹਿੰਦੀ ਹੈ। ਹਾਂ, ਇਹ ਤੇ ਇੱਕ ਅਵਸਥਾ ਹੈ, ਬਚਪਨ ਅਵਸਥਾ। ਪਰ ਗੁਰੂ ਸਾਹਿਬ ਤਾਂ ਧੁਰੀ ਗੁਰਦਾ ਗੱਦੀ ਤੇ ਬਿਰਾਜਮਾਨ ਹੋ ਕੇ ਆਉਂਦੇ ਐ। ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਸਾਧ ਸੰਗਤ ਜੀ, ਉਸ ਵੇਲੇ ਬੀਬੀ ਭਾਨੀ ਜੀ ਨੇ ਵੇਖਿਆ, ਮੇਰਾ ਲਾਲ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਪਲੰਗੇ ਨੂੰ ਹੱਥ ਪਾ, ਸਾਡੇ ਨਿਆਣੇ ਪਾਈ ਲੈਂਦੇ, ਮੰਜੇ ਨੂੰ ਹੱਥ ਪਾ ਕੇ ਖੜੇ ਨਹੀਂ ਨਾ ਹੋ ਜਾਂਦੇ। ਇਹ ਸਾਧ ਸੰਗਤ ਜੀ, ਉਸ ਵੇਲੇ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਪਲੰਗੇ ਨੂੰ ਹੱਥ ਪਾਇਆ, ਮਹਾਰਾਜ ਨੇ ਪਲੰਗੇ ਨੂੰ ਹੱਥ ਜਦੋਂ ਪਾਇਆ, ਤੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿੰਦੇ, ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਮਹਾਰਾਜ ਬੋਲੇ ਨੇ ਆਪਣੇ ਮੁਖ ਤੋਂ, ਇਹੋ ਜਿਹਾ ਕਿਹੜਾ ਪੁਰਖ ਭਾਰੀ ਪੈਦਾ ਹੋ ਗਿਆ ਸਾਡੇ ਪਲੰਗੇ ਨੂੰ ਹਿਲਾਉਂਦਾ ਹੈ। ਜਿਸਨੇ ਸਾਡੀ ਮੰਜੀ ਹਿਲਾਈ ਸਾਰੀ, ਐਸਾ ਕਿਹੜਾ ਪੁਰਖ ਪੈਦਾ ਹੋਇਆ। ਜਦੋਂ ਧਿਆਨ ਮਾਰਿਆ ਨਾ, ਤਾਂ ਮੇਰਾ ਦੋਤਾ ਹੀ ਹੈ। ਸਾਧ ਸੰਗਤ ਜੀ, ਖੁਸ਼ ਹੋ ਕੇ ਮਹਾਰਾਜ ਨੇ ਆਪਣੀ ਗੋਦੀ 'ਚ ਲੈ ਲਿਆ। ਨਾਨੇ ਨੇ, ਗੁਰੂ ਅਮਰਦਾਸ ਸਾਹਿਬ ਨੇ। ਉਸ ਵੇਲੇ ਬੀਬੀ ਭਾਨੀ ਜੀ ਕੋਲ ਖੜੇ ਨੇ। ਪੁੱਤਰੀ ਹੈ ਮਹਾਰਾਜ ਦੀ, ਬੀਬੀ ਦਾਨੀ, ਬੀਬੀ ਭਾਨੀ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਮਰਦਾਸ ਕਹਿੰਦੇ, ਦੋਤਾ ਬਾਣੀ ਕਾ ਬੋਹਿਥਾ। ਇਹ ਮੇਰਾ ਪਿਆਰਾ ਦੋਤਾ ਬਾਣੀ ਦਾ ਜਹਾਜ਼ ਹੈ। ਐਸੇ ਨੇ ਗੁਰੂ ਅਰਜਨ ਦੇਵ ਮਹਾਰਾਜ।
ਉਸ ਵੇਲੇ ਜਦੋਂ ਗੁਰਤਾ ਗੱਦੀ ਤੇ ਹੋਏ ਨਾ, ਪੰਜਵੇਂ ਥਾਵੇਂ ਤੇ ਬਿਰਾਜਮਾਨ ਸੱਚੇ ਪਾਤਸ਼ਾਹ ਨੇ, ਫਿਰ ਵੇਖ ਲਓ ਤੁਸੀਂ ਬਾਣੀ ਦੀ ਕਥਾ ਸੁਣਦੇ ਹੋ ਨਾ ਫਿਰ ਰੋਜ਼, ਇਹ ਬਾਣੀ ਮਹਾਰਾਜ ਨੇ ਲਿਖਵਾਉਣੀ ਕੀਤੀ ਭਾਈ ਗੁਰਦਾਸ ਜੀ ਤੋਂ। ਪਹਿਲੇ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਤੀਜੇ ਵੱਡੇ ਬਾਬੂ ਗੁਰੂ ਅਮਰਦਾਸ ਜੀ, ਚੌਥੇ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ, ਪੰਜਵੇਂ ਪਾਤਸ਼ਾਹ ਆਪਣੀ ਬਾਣੀ, 15 ਭਗਤਾਂ ਦੀ ਬਾਣੀ, 17 ਭੱਟਾਂ ਦੀ ਬਾਣੀ, 4 ਗੁਰਸਿੱਖ, 9ਵੇਂ ਪਾਤਸ਼ਾਹ ਬਾਅਦ ਵਿੱਚ ਆਏ ਨੇ। ਉਹ ਬਾਣੀ ਗੁਰੂ ਗੋਬਿੰਦ ਸਿੰਘ ਨੇ ਦਮਦਮਾ ਸਾਹਿਬ ਉਚਾਰੀ, ਜਿੱਥੋਂ ਦਮਦਮੀ ਟਕਸਾਲ ਚੱਲੀ ਹੈ। ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਰੀਰ ਕਰਕੇ ਨਹੀਂ ਸੀ ਆਏ। ਇਸ ਕਰਕੇ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਤੋਂ ਇਹ ਸੇਵਾ ਲਈ ਬਾਣੀ ਲਿਖਣ ਦੀ, ਉਹਨੂੰ ਕਰਤਾਰਪੁਰ ਸਾਹਿਬ ਵਾਲੀ ਬੀੜ ਕਹਿੰਦੇ ਐ। ਕਰਤਾਰਪੁਰ ਸਾਹਿਬ ਸੁਭਾਏਮਾਨ ਹੈ ਜਲੰਧਰ ਦੇ ਕੋਲ, ਉੱਥੇ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ। ਤੇ ਉਸ ਤੋਂ ਬਾਅਦ ਜਿਹੜੇ ਸ਼ਹੀਦੀ ਦੇ ਕਾਰਨ ਬਣੇ, ਉਹ ਆਪ ਜੀ ਨੇ ਸਰਵਣ ਕਰਨੇ ਆ। ਕਈ ਕਾਰਨ ਹੈ ਇਹਦੇ, ਕਈ ਕਾਰਨ। ਸਭ ਤੋਂ ਪਹਿਲਾ ਕਾਰਨ ਹੈ, ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਪੰਜਵੇਂ ਮਹਾਰਾਜ ਨੂੰ ਦਿੱਤੀ। ਵੱਡਾ ਭਾਵੇਂ ਪਿਰਥੀ ਚੰਦ ਸਾਧ ਸੰਗਤ ਜੀ, ਇਹ ਦੁਨੀਆ ਦੀ ਕੁਰਸੀ ਨਹੀਂ, ਦੁਨੀਆ ਦਾ ਤਖਤ ਨਹੀਂ ਹੈ। ਨੋਟਾਂ ਵੋਟਾਂ ਕਰਕੇ ਤੁਸੀਂ ਰਾਜ ਮੱਲ ਲਵੋਗੇ। ਇਹ ਤੇ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਹੈ। ਇਹ ਨੋਟਾਂ ਵੋਟਾਂ ਨਾਲ ਨਹੀਂ ਨਾ ਮਿਲਦੀ, ਵੀ ਜਿਹਦੇ ਅੰਦਰ ਲੋਕ ਵੱਧ ਹੈ ਚਲੋ ਜੀ ਪ੍ਰਧਾਨ ਮੰਤਰੀ ਬਣ ਗਏ ਆ, ਜਿਹਦੇ ਵੱਲ ਮਾਇਆ ਵੱਧ ਹੈ, ਨੋਟ ਵੱਧ ਹੈ, ਉਹ ਬਣ ਗਏ ਆ। ਨਾ ਨਾ ਨਾ, ਇਹ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਹੈ। ਇਹ ਤੇ ਉਹਨੂੰ ਮਿਲਦੀ ਹੈ, ਤਖਤ ਸੋਭ ਹੈ ਜੋ ਤਖਤੈ ਲਾਇਕ ਹੋਈ। ਇਹ ਤਰੋਈ ਮਹਾਰਾਜ ਨੇ, ਸੱਚੇ ਪਾਤਸ਼ਾਹ ਅਕਾਲ ਪੁਰਖ ਨੇ ਭੇਜੇ, ਜਿਨ੍ਹਾਂ ਨੂੰ ਗੁਰਤਾ ਗੱਦੀਆਂ ਮਿਲੀਆਂ ਨੇ, ਜਿਨ੍ਹਾਂ ਨੂੰ ਸੰਤ ਦੀ ਪਦਵੀ ਮਿਲੀ। ਧੁਰੋਂ ਸਾਧੂ ਭੇਜੇ ਆਪ ਰੱਬ ਨੇ, ਸਾਧ ਪਠਾਏ ਆਪ ਪ੍ਰਭ, ਹਮ ਤੁਮ ਤੇ ਨਾਹੀ ਦੂਰ। ਸਾਧੂ ਦੀ ਪਦਵੀ, ਸੰਤ ਦੀ ਪਦਵੀ, ਬ੍ਰਹਮ ਗਿਆਨੀ ਦੀ ਪਦਵੀ ਮਹਾਰਾਜ ਧੁਰੋਂ ਹੀ ਕਿਰਪਾ ਕਰਦੇ ਐ। ਇਹੋ ਜਿਹੇ ਸੰਸਕਾਰ ਉਹਦੇ ਮੱਥੇ ਤੇ ਪਾ ਦਿੰਦੇ ਐ। ਉਹ ਦੁਨੀਆ ਤੇ ਆ ਕੇ ਬੰਦਗੀ ਕਰਦਾ, ਦੁਨੀਆ ਕਹਿੰਦੀ ਸਾਧ ਹੈ, ਇਹ ਸੰਤ ਹੈ, ਇਹ ਗਿਆਨੀ, ਬ੍ਰਹਮ ਗਿਆਨੀ ਹੈ। ਧੁਰੋਂ ਹੀ ਮਹਾਰਾਜ ਸੰਸਕਾਰ ਪਾ ਦਿੰਦੇ ਐ। ਸਾਧ ਸੰਗਤ ਜੀ, ਪੰਜਵੇਂ ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਗਏ। ਵੱਡਾ ਭਰਾ ਜਿਹੜਾ ਪਿਰਥੀ ਚੰਦ ਹੈ, ਇਹ ਸਾਧ ਸੰਗਤ ਜਦੋਂ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ, ਉਸ ਵੇਲੇ ਈਰਖਾ ਕਰਨ ਲੱਗ ਗਿਆ। ਮੈਂ ਵੱਡਾ ਹਾਂ, ਮੈਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਸੀ। ਪਰ ਸਾਧ ਸੰਗਤ ਜੀ, ਪੰਜਵੇਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਸਾਰਿਆਂ ਤੋਂ ਛੋਟੇ ਸਾਹਿਬਜ਼ਾਦੇ ਸੀ। ਗੁਰੂ ਰਾਮਦਾਸ ਮਹਾਰਾਜ ਦੇ ਚੌਥੇ ਪਾਤਸ਼ਾਹ ਦੇ ਵੱਡੇ ਬਾਬਾ ਪਿਰਥੀ ਚੰਦ ਜੀ ਹੈ। ਦੂਜੇ ਥਾਂ ਤੇ ਬਾਬਾ ਮਹਾਦੇਵ ਨੇ, ਸਾਧੂ ਸੁਭਾਅ ਹੈ। ਕਿਸੇ ਨੇ ਬਾਬਾ ਮਹਾਦੇਵ ਨੂੰ ਪੁੱਛਿਆ, ਕਹਿੰਦੇ ਮਹਾਰਾਜ ਦੁਨੀਆ ਹੈ? ਉਹ ਕਹਿੰਦੇ ਮੈਨੂੰ ਤੇ ਪਤਾ ਨਹੀਂ ਦੁਨੀਆ ਹੈ ਕਿ ਨਹੀਂ। ਇਹੋ ਜਿਹੀ ਬੁੱਧੀ ਸੀ, ਭਾਵ ਕਿ ਸਾਧੂ ਮਸਤ ਰਹਿਣ ਵਾਲੇ, ਕੋਈ ਮਤਲਬ ਨਹੀਂ। ਗੁਰਤਾ ਗੱਦੀ ਮਿਲੇ ਨਾ ਮਿਲੇ, ਦੁਨੀਆ ਮਰੇ ਚਾਹੇ ਨਾ ਮਰੇ, ਰੋਟੀ ਮਿਲੇ ਨਾ ਚਾਹੇ ਨਾ ਮਿਲੇ, ਆਪਣੇ ਆਨੰਦ ਜੀ। ਬਾਬਾ ਮਹਾਦੇਵ ਜੀ ਮਹਾਰਾਜ, ਉਹਨਾਂ ਤੋਂ ਬਾਅਦ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੀਜੇ ਥਾਵੇਂ ਤੇ ਗੁਰਤਾ ਗੱਦੀ ਮਿਲ ਗਈ ਪੰਜਵੇਂ ਮਹਾਰਾਜ ਨੂੰ। ਜਦੋਂ ਗੁਰਤਾ ਗੱਦੀ ਮਿਲੀ, ਸਾਧ ਸੰਗਤ ਜੀ, ਪਿਰਥੀ ਚੰਦ ਈਰਖਾ ਕਰਦਾ, ਮੈਂ ਵੱਡਾ ਹਾਂ, ਮੈਨੂੰ ਮਿਲਣੀ ਚਾਹੀਦੀ ਹੈ। ਪਰ ਨਹੀਂ, ਉਸ ਵੇਲੇ ਨੇ ਕੀ ਕੀਤਾ, ਈਰਖਾ ਕਰਨ ਲੱਗ ਗਿਆ। ਜਿਸ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੀ ਭਲਾ। ਜਿਹੜਾ ਈਰਖਾ ਕਰੇ ਨਾ ਮਹਾਤਮਾ, ਸਾਧੂ, ਸੰਤਾਂ, ਬ੍ਰਹਮ ਗਿਆਨੀਆਂ, ਗੁਰੂਆਂ ਦੇ ਨਾਲ, ਉਹਦਾ ਕਦੇ ਭਲਾ ਨਹੀਂ ਹੋ ਸਕਦਾ, ਕਦੀ ਭਲਾ ਨਹੀਂ ਹੋਵੇਗਾ। ਸਾਧ ਸੰਗਤ ਜੀ, ਪਿਰਥੀ ਚੰਦ ਨੇ ਕੀ ਕੀਤਾ, ਜਹਾਂਗੀਰ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਹੈ। ਇਹ ਸੁਲਹੀ ਖਾਂ ਨੂੰ ਵੀ ਚੜਾ ਕੇ ਲੈ ਕੇ ਆਇਆ ਸੀ। ਇਹ ਦੀਵਾਨ ਰਿਕਾਰਡ ਵੀ ਹੋਇਆ ਸਾਧ ਸੰਗਤ ਜੀ, ਆਪ ਜੀ ਸੁਣ ਸਕਦੇ ਹੋ। ਪਿਰਥੀ ਚੰਦ ਨੇ ਈਰਖਾ ਕੀਤੀ ਸੀ ਸਤਿਗੁਰਾਂ ਜੀ ਦੇ ਨਾਲ। ਸੁਲਹੀ ਖਾਂ ਨੂੰ ਲੈ ਕੇ ਆਇਆ, ਘੋੜੇ ਸਣੇ ਮਰ ਕੇ ਸਵਾਹ ਹੋਇਆ ਉਹ ਸਾਧ ਸੰਗਤ।
ਤੇ ਫਿਰ ਇਹਨੇ ਸ਼ਿਕਾਇਤ ਕੀਤੀ ਜਹਾਂਗੀਰ ਬਾਦਸ਼ਾਹ ਦੇ ਕੋਲ, ਮੈਂ ਵੱਡਾ ਹਾਂ, ਮੈਂ ਗੁਰਤਾ ਗੱਦੀ ਦਾ ਹੱਕਦਾਰ ਹਾਂ, ਮੈਨੂੰ ਮਿਲਣੀ ਚਾਹੀਦੀ ਏ। ਤੇ ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਨੇ ਕੀ ਕੀਤਾ, ਇਹਨੂੰ ਪਿੰਡ ਨਾਂ ਲਵਾਤੇ ਇਹਦੇ, ਤੈਨੂੰ ਇੰਨੇ ਪਿੰਡਾਂ ਦੀ ਜਗੀਰ ਆਵੇਗੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਕੀ ਕੀਤਾ, ਬਹੁਤ ਸਾਰੀ ਮਾਇਆ ਇਹਨੂੰ ਦੇ ਦਿੱਤੀ। ਮਾਇਆ ਦੀ ਰੌਲੇ ਆ ਸਾਰੇ ਸਾਧ ਸੰਗਤ ਜੀ, ਮਹਾਰਾਜ ਦਾ ਭਜਨ ਵੀ ਹੈ। ਭੂਮੀਆਂ ਭੂਮ ਉੱਪਰ ਨਿਤ ਲੁੱਜੈ, ਛੋੜ ਚੱਲੈ ਤ੍ਰਿਸ਼ਨਾ ਨੀ ਬੁੱਝੈ। ਤੇ ਸਾਧ ਸੰਗਤ ਜੀ, ਕੀ ਹੋਇਆ, ਪਿਰਚੀ ਚੰਦ ਨੂੰ ਚਾਹੇ ਪਿੰਡ ਵੀ ਮਿਲ ਗਏ, ਫਿਰ ਵੀ ਈਰਖਾ ਕਰਦਾ। ਈਰਖਾ ਸਤਿਗੁਰੂ ਜੀ ਦੇ ਨਾਲ। ਈਰਖਾ ਕਦੋਂ ਤੋਂ ਸ਼ੁਰੂ ਹੋਈ? ਗੁਰਤਾ ਗੱਦੀ ਤੋਂ ਲੈ ਕੇ। ਤੇ ਮਹਾਰਾਜ ਕੋਲ ਸਾਹਿਬਜ਼ਾਦਾ ਨਹੀਂ ਸੀ, ਭਾਵੇਂ 6ਵੇਂ ਪਾਤਸ਼ਾਹ ਦਾ ਬਾਅਦ ਵਿੱਚ ਅਵਤਾਰ ਹੋਇਆ। ਹਾਂ, ਇਹ ਕਹਿੰਦਾ ਸੀ ਮੇਰਾ ਪੁੱਤ, ਮੈਂ ਨਹੀਂ ਗੁਰਤਾ ਗੱਦੀ ਤੇ ਬੈਠਾ, ਮੇਰਾ ਪੁੱਤਰ ਬਹਿ ਜਾਏ ਮਿਹਰਬਾਨ। ਤੇ ਕਾਲ ਪੁਰਖ ਨੂੰ ਹੋਰ ਹੀ ਪਾਉਂਦਾ ਸੀ। 6ਵੇਂ ਮਹਾਰਾਜ ਪ੍ਰਗਟ ਹੋਏ ਮਾਤਾ ਗੰਗਾ ਜੀ ਦੇ ਘਰ। ਜਦੋਂ 6ਵੇਂ ਪਾਤਸ਼ਾਹ ਪ੍ਰਗਟ ਹੋਏ ਨਾ, ਆਗੀ ਲੱਗ ਗਈ। ਕਿੱਥੇ ਤਾਂ ਮੈਂ ਗੁਰਤਾ ਗੱਦੀ ਤੇ ਬਹਿਣਾ ਸੀ, ਮੈਂ ਨਹੀਂ ਬੈਠਾ, ਮੇਰਾ ਪੁੱਤਰ ਬਹਿ ਜਾਂਦਾ ਮਿਹਰਬਾਨ, ਔਰ ਉਹ ਵੀ ਨਹੀਂ ਬੈਠੇਗਾ। ਐਸਾ ਮਾਇਆ ਦਾ ਲਾਲਚ ਸੀ, ਬਾ ਮਹਾਰਾਜ ਨਾਲ ਧਰੋ ਕਮਾਉਣ ਲੱਗ ਗਿਆ। ਇੱਧਰ 6ਵੇਂ ਪਾਤਸ਼ਾਹ ਮਹਾਰਾਜ ਵੱਡੇ ਹੋਏ। ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਉਸ ਵੇਲੇ ਦਿੱਲੀ ਦੇ ਤਖਤ ਤੇ ਬੈਠਾ, ਮੁਗਲ ਬਾਦਸ਼ਾਹ। ਤੇ ਸਾਧ ਸੰਗਤ ਜੀ, ਕੀ ਹੋਇਆ, ਇਹਦਾ ਦੀਵਾਨ ਸੀ ਚੰਦੂ। ਸਾਧ ਸੰਗਤ ਜੀ, ਚੰਦੂ ਦੀਵਾਨ ਸੀ। ਸਰਕਾਰੇ ਦਰਬਾਰੇ ਇਹਦੀ ਬੜੀ ਚੱਲਦੀ ਸੀ। ਸਾਧ ਸੰਗਤ ਜੀ, ਜਹਾਂਗੀਰ ਤੋਂ ਬਾਅਦ ਇਹੀ ਮੰਤਰੀ ਸੀ, ਭਾਵ ਕਿ ਇੰਨੀ ਇਹਦੇ ਕੋਲ ਪਾਵਰ ਸੀ ਚੰਦੂ ਦੇ ਕੋਲ। ਇਹਨੇ ਆਖਿਆ, ਲਾਗਿਓ ਮੇਰੀ ਲੜਕੀ ਜਵਾਨ ਹੋ ਗਈ। ਨਾਈ ਕਰਨ ਜਾਂਦੇ ਸੀ ਸਨ ਸਾਧ ਸੰਗਤ ਜੀ, ਉਸ ਵੇਲੇ ਵਿਆਹ ਦੇਖਣ ਵਾਸਤੇ ਵਰ ਲੱਭਣ ਜਾਣਾ। ਲਾਗੀ ਉਹਨਾਂ ਨੂੰ ਲਾਗੀ ਕਹਿੰਦੇ ਐ। ਨਾਈਆਂ ਨੇ ਜਾਣਾ, ਲਾਗੀਆਂ ਨੇ ਜਾਣਾ। ਤੇ ਸਾਧ ਸੰਗਤ ਜੀ, ਚੰਦੂ ਨੇ ਆਖਿਆ, ਜਾਓ ਜਾ ਕੇ ਮੇਰੀ ਲੜਕੀ ਲਈ ਵਰ ਲੱਭੋ, ਯੋਗ ਵਰ ਹੋਣਾ ਚਾਹੀਦਾ, ਯੋਗ। ਇਹ ਸਾਧ ਸੰਗਤ ਜੀ ਲਾਗੀ ਜਾਂਦੇ ਜਾਂਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਘਰ ਵਿਖੇ ਆਏ, ਭੋਜਨ ਪਾਣੀ ਛਕਿਆ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਮਹਾਰਾਜ ਦੇ ਦਰਸ਼ਨ ਹੋਏ। ਤੇ ਸਤਿਗੁਰੂ ਦਾ ਉੱਚਾ ਲੰਬਾ ਕੱਦ ਸੀ, ਮਹਾਰਾਜ ਦੀ ਢੀਲ ਡੋਲ ਚੰਗੀ ਹੈ। ਤੇ ਸਾਧ ਸੰਗਤ ਜੀ, ਉਸ ਵੇਲੇ ਲਾਗੀਆਂ ਨੇ ਆਖਿਆ, ਇਹ ਵਰ ਚੰਗਾ ਹੈ, ਬਹੁਤ ਸੋਹਣੇ ਸਾਹਿਬਜ਼ਾਦੇ ਨੇ, ਬੜੀ ਸੁੰਦਰ ਨੇ, ਬੜੀ ਜਵਾਨ ਨੇ। ਉਸ ਵੇਲੇ ਸਾਧ ਸੰਗਤ ਜੀ, ਲਾਗੀਆਂ ਨੇ ਕੀ ਕੀਤਾ, 5ਵੇਂ ਪਾਤਸ਼ਾਹ ਜੀ ਨੂੰ ਆਖਿਆ, ਹੇ ਮਹਾਰਾਜ, ਚੰਦੂ ਦੀ ਲੜਕੀ ਲਈ ਵਰ ਲੱਭਣ ਆਏ ਆ ਅਸੀਂ। ਸਤਿਗੁਰੂ ਜੀ, ਤੁਹਾਡਾ ਜਿਹੜਾ ਸਾਹਿਬਜ਼ਾਦਾ ਨਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਸਾਨੂੰ ਚੰਗਾ ਹੈ, ਪ੍ਰਵਾਨ ਹੈ ਸਾਨੂੰ। ਮਹਾਰਾਜ ਕਹਿੰਦੇ, ਠੀਕ ਹੈ ਭਾਈ। ਇੱਦਾਂ ਵਚਨ ਕੀਤੇ ਸਤਿਗੁਰਾਂ ਜੀ ਨੇ। ਜਦੋਂ ਸਾਧ ਸੰਗਤ ਜੀ ਉਹ ਨਾਈ ਲਾਗੀ ਗਏ, ਜਦੋਂ ਗਏ ਚੰਦੂ ਦੇ ਕੋਲ, ਤੇ ਚੰਦੂ ਪੁੱਛਦਾ ਵੀ ਨਾਤਾ ਕਰ ਆਏ, ਰਿਸ਼ਤਾ ਕਰ ਆਏ? ਕਹਿੰਦਾ ਜੀ ਹਾਂ ਕਰਕੇ ਆਏ ਆ। ਕਿੱਥੇ? ਕਹਿੰਦੇ ਜੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਨੂੰ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਖੱਤਰੀ ਕੌਲ ਹੈ ਉਹਨਾਂ ਦੀ, ਖੱਤਰੀਆਂ ਵਿੱਚੋਂ ਨੇ। ਆਪ ਚੰਦੂ ਬ੍ਰਾਹਮਣ ਸੀ ਸਾਧ ਸੰਗਤ ਜੀ। ਤੇ ਉਹਨਾਂ ਨੂੰ ਤੇਰੀ ਲੜਕੀ ਦਾ ਨਾਤਾ ਕਰ ਆਏ ਆ। ਉਸ ਵੇਲੇ ਹੰਕਾਰ ਭਰੇ ਬਚਨ ਬੋਲਿਆ ਸਾਧ ਸੰਗਤ ਜੀ, ਮਾਇਆ ਦਾ ਹੰਕਾਰ, ਅਹੁਦੇ ਦਾ ਹੰਕਾਰ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਕਹਿੰਦੇ ਐ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਜਦੋਂ ਮਾਇਆ ਦੇ ਨਸ਼ੇ ਚੜ੍ਹਦੇ ਆ ਨਾ, ਸ਼ਰਾਬ ਦਾ ਨਸ਼ਾ ਵੀ ਚਾਹੇ ਮਾੜਾ ਹੈ, ਪਰ ਨਸ਼ਾ ਮਾਇਆ ਦੇ ਵੀ ਮਾੜਾ ਹੈ। 4 ਗਿੱਠਾਂ ਉੱਪਰ ਹੋ ਤੁਰਦਾ ਧਰਤੀ ਤੋਂ ਲੈ, ਮੇਰੇ ਵਰਗਾ ਕੋਈ ਹੈ ਨਹੀਂ। ਤੇ ਮਹਾਰਾਜ ਕਹਿੰਦੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ।
ਜਿਹਨੂੰ ਮਾਇਆ ਦਾ ਨਸ਼ਾ ਚੜਿਆ ਹੋਵੇ ਨਾ ਉਹਨੂੰ ਬੋਲਣਾ ਨਹੀਂ ਆਉਂਦਾ। ਕੀ ਆਖਿਆ ਲਾਗਿਓ, ਇਹ ਚੁਬਾਰੇ ਦੀ ਅਟਕ ਮੋਰੀ ਨੂੰ ਲਾਏ। ਗੁਰੂ ਘਰ ਨੂੰ ਮੋਰੀ, ਗੁਰੂ ਘਰ ਨੂੰ ਨੀਵਾਂ, ਆਪਣੇ ਆਪ ਨੂੰ ਚੁਬਾਰਾ ਆਖਿਆ। ਚੁਬਾਰਾ ਤੇ ਮੇਰੇ ਗੁਰੂਦੇਵ ਕੀ ਕਹਿੰਦੇ, ਜਿਸ ਕੈ ਅੰਤਰ ਰਾਜ ਅਭਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਉਹ ਕੁੱਤਾ ਹੈ ਨਰਕਾਂ ਦਾ, ਪਾਤੀ ਨਾਮ ਹੁੰਦਾ ਡਿੱਗਣ ਦਾ। ਜੋ ਜਾਣੈ ਮੈਂ ਜੋ ਮਨਵੰਤ, ਸੋ ਹੋਵਤ ਵਿਸਟਾ ਕਾ ਜੰਤ। ਆਪਸ ਕੋ ਕਰਮਵੰਤ ਕਹਾਵੇ, ਜਨਮ ਮਰੈ ਬੋ ਜੋਨ ਪਰਮਾਵੇ। ਤਨ ਭੂਮ ਕਾ ਜੋ ਕਰੇ ਗਮਾਨ, ਮਾਇਆ ਦਾ ਤੇ ਸਾਧ ਸੰਗ ਜੀ ਜ਼ਮੀਨ ਦਾ ਕੋਈ ਮਾਨ ਕਰੇ ਨਾ। ਤੇ ਮੇਰੇ ਪਿਤਾ ਗੁਰੂ ਅਰਜਨ ਸਾਹਿਬ ਕਹਿੰਦੇ, ਸੋ ਮੂਰਖ ਅੰਧਾ ਅਗਿਆਨ, ਅੰਧਾ ਅਗਿਆਨ। ਤੇ ਸਾਧ ਸੰਗਤ ਜੀ 1984 ਵੇਲੇ ਵੀ ਫੌਜਾਂ ਨੂੰ ਮਾਣ ਹੀ ਹੋ ਗਿਆ ਸੀ, ਲੈ ਹੁਣ ਲੈ ਆਉਣੇ ਅਸੀਂ ਸੰਤਾਂ ਨੂੰ, ਭਿੰਡਰਾਂ ਵਾਲਿਆਂ ਨੂੰ ਕੱਢ ਕੇ। ਤੇ ਮਹਾਂਪੁਰਖ ਕਹਿੰਦੇ ਟਰੱਕ ਭਰ ਭਰ ਤੋਰੂ ਮੈਂ, ਟਰੱਕ ਭਰ ਭਰ। ਤੇ ਸਾਧ ਸੰਗਤ ਜੀ ਕੁਲਦੀਪ ਬਰਾੜ ਵਰਗੇ ਵੀ ਇਸ ਗੱਲ ਨੂੰ ਮੰਨਦੇ ਐ। ਉਹ ਕਹਿੰਦੇ ਠੀਕ ਹੈ, ਸੰਤ ਜਰਨੈਲ ਸਿੰਘ ਮਹਾਂਪੁਰਖ ਜਿੰਨਾਂ ਦੇ ਮਰਜੀ ਸੀ, ਕੋਈ ਪਤਾ ਨਹੀਂ ਕਿਹੜੀ ਸ਼ਕਤੀ ਸੀ ਉਹਨਾਂ ਵਿੱਚ। ਤੇ 230-35 ਸਿੰਘ ਹੋਣ ਸਾਧ ਸੰਗਤ ਜੀ, ਤੇ ਮੰਨੀ ਪਰ ਮੰਨੀ ਆਰਮੀ ਹੋਵੇ ਭਾਰਤ ਦੀ, ਤੇ ਟਰੱਕ ਭਰ ਭਰ ਤੋਰੇ ਮਹਾਂਪੁਰਖਾਂ ਨੇ ਜਿਹੜੇ ਮਾਣ ਕਰਦੇ ਸੀ, ਲੈ ਲਿਆਵਾਂਗੇ ਅਸੀਂ ਕੱਢ ਕੇ। ਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਬਚਨਾਂ 'ਚ ਸਤਿਆ ਸੀ, ਤਾਕਤ ਸੀ, ਬੋਲਾਂ ਵਿੱਚ ਸਾਧ ਸੰਗਤ ਜੀ ਪ੍ਰਭਾਵ ਸੀ। ਕਿਉਂ? ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦਾ ਨਿਤਨੇਮ ਸੀ, ਜਪਜੀ ਸਾਹਿਬ ਦੀ ਬਾਣੀ ਸੀ, ਮਰਿਆਦਾ ਸੀ, ਕਹਿਣੀ ਤੇ ਕਰਨੀ ਦੇ ਪੂਰੇ ਸੀ। ਐਵੇਂ ਨਹੀਂ ਉਹਨਾਂ ਨੇ ਛਾਤੀਆਂ 'ਚ ਗੋਲੀਆਂ ਖਾਧੀਆਂ। ਸਾਧ ਸੰਗਤ ਜੀ ਭਾਈ ਮਹਿੰਗਾ ਸਿੰਘ ਜੀ ਬੱਬਰ, ਤੇ ਸਾਧ ਸੰਗਤ ਜੀ ਭਾਈ ਸੁਖਦੇਵ ਸਿੰਘ ਜੀ ਭਾਈ ਕੁਲਵੰਤ ਸਿੰਘ ਜੀ ਨਾਗੋ ਕੇ, ਦਮਦਮੀ ਟਕਸਾਲ ਦੇ ਬੜੇ ਮਹਾਤਮਾ ਵਿਦਵਾਨ ਮਹਾਂਪੁਰਖ ਗਿਆਨੀ ਧਿਆਨੀ ਹੋਏ, ਜਿਨ੍ਹਾਂ ਨੇ ਦੇਸ਼ ਕੌਮ ਦੀ ਸੇਵਾ ਕੀਤੀ। ਜੇ ਸਾਧ ਸੰਗਤ ਜੀ ਤੇ ਕਹਿੰਦੀ ਸੀ ਨਾ, ਇੰਦਰਾ ਮੈਂ ਢਾਹ ਦੇਵਾਂਗੀ, ਕਾਲ ਤਖਤ ਨੂੰ ਲਿਆਵਾਂਗੀ ਸੰਤਾਂ ਨੂੰ ਖਿੱਚ ਕੇ। ਮਾਣ ਐਵੇਂ ਰਹਿ ਗਿਆ, ਐਵੇਂ ਸੰਤ ਸ਼ਹੀਦ ਤਾਂ ਹੋ ਗਏ, ਹੱਥ ਨਹੀਂ ਆਏ ਸਾਧ ਸੰਗਤ। ਤੇ ਤੁਸੀਂ ਕਦੇ ਉਹਨਾਂ ਦੀ ਸਪੀਚ ਮਹਾਂਪੁਰਖਾਂ ਦੇ ਬਚਨ ਸੁਣੇ ਹੋ? ਜਿਉਂਦੇ ਨੂੰ ਫੜ ਕੇ ਨਹੀਂ ਲੈ ਕੇ ਜਾ ਸਕਦੇ। ਕਿਉਂ? ਮੈਨੂੰ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਹੈ, ਇਹ ਮਹਾਂਪੁਰਖ ਬਚਨ ਕਰਦੇ ਹੈ। ਹਾਂ, ਜਿੱਦੇ ਮਰ ਗਿਆ ਮਿੱਟੀ ਹੈ ਸ਼ਰੀਰ, ਜਿੱਥੇ ਮਰਜੀ ਲਈ ਫਿਰਨ, ਕੋਈ ਮੈਨੂੰ ਫਰਕ ਨਹੀਂ ਹੈ। ਜਿਉਂਦੇ ਨੂੰ ਫੜ ਕੇ ਨਹੀਂ ਲੈ ਕੇ ਜਾ ਸਕਦੇ, ਜਿਉਂਦੇ ਨੂੰ। ਇਹ ਉਹ ਹੈ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। ਇਹ ਸਾਧ ਸੰਗਤ ਜੀ ਜਿਨ੍ਹਾਂ ਬਾਰੇ ਮਹਾਰਾਜ ਕਹਿੰਦੇ, ਇਸ ਯੁੱਗ ਮੈਂ ਮਾਰੇ ਦਾ ਬਚੈ ਜਾ ਕੋ ਹਰ ਰੰਗ ਲਾਗੋ, ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਜਿਨ੍ਹਾਂ ਨੇ ਮਨ ਨੂੰ ਸਾਧਿਆ ਨਾ, ਅੰਦਰਲੇ ਵੈਰੀ ਮਾਰੇ ਹੈ। ਤੇ ਸਾਧ ਸੰਗਤ ਜੀ ਉਹੀ ਬਾਹਰਲੇ ਵੈਰੀਆਂ ਨੂੰ ਮਾਰ ਸਕੇਗਾ। ਉਸ ਵੇਲੇ ਇੰਦਰਾ ਨੇ ਰੱਖਿਆ ਸੀ ਨਾ 2 ਲੱਖ ਅਮਰੀਕੀ ਡਾਲਰ ਨਾਮ, ਮਹਾਂਪੁਰਖੋ ਆ ਲੈ ਲੋ, ਪਰ ਨਾ ਉਹ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਏ। ਇਹ ਸਾਧ ਸੰਗਤ ਜੀ ਨਹੀਂ ਤੇ ਅੱਜ ਕੱਲ੍ਹ ਆਪ ਜੀ ਸਿਆਣੇ ਹੋ, ਰਾਜਨੀਤਿਕ ਲੀਡਰ ਕੀ ਕਰਦੇ, ਮਾਇਆ ਬਦਲੇ ਧਰਮ ਨੂੰ ਹੀ ਵੇਚ ਜਾਂਦੇ ਹੈ। ਨੋਟਾਂ ਵੋਟਾਂ ਬਦਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਉਂਦੇ ਹੈ। ਨੋਟਾਂ ਵੋਟਾਂ ਬਦਲੇ ਧਰਮ ਨੂੰ ਹੀ ਵੇਚ ਦਿੱਤਾ ਸਾਧ ਸੰਗਤ ਜੀ। ਪਰ ਉਹ 20ਵੀਂ ਸਦੀ ਦਾ ਮਹਾਨ ਜਰਨੈਲ ਵਿਗਿਆਨੀ ਸਰਕਾਰਾਂ ਅੱਗੇ ਕਹਿ ਦਿੱਤਾ, ਸਾਹਿਬਜ਼ਾਦੇ ਨਹੀਂ ਵਿਕੇ, ਮੈਂ ਕਿਵੇਂ ਵਿਕਾਂਗਾ। ਤੇ ਮੈਂ ਟਕਸਾਲ ਦਾ ਮੁਖੀ ਆ, ਮੁਖੀ। ਜਿਹੜੀ ਟਕਸਾਲ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੋਰੀ ਹੈ, ਮੈਂ ਵਿਕ ਜਾਵਾਂਗਾ, ਇਹ ਨਹੀਂ ਹੋ ਸਕਦਾ।
ਤੇ ਉਹਨਾਂ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਐ, ਨਾ ਹੋਏ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਸੈ ਮਨ ਮਾਹੇ। ਨਾ ਹੋਏ ਮਰੈ ਨਾ ਠਾਗੇ ਜਾਹੇ, ਜਿਨ ਕੈ ਰਾਮ ਸੈ ਮਨ ਮਾਹੇ। ਨਾ ਹੋਏ ਮਰੈ ਨਾ ਠਾਗੇ ਜਾਹੇ, ਸੱਚੇ ਪਾਤਸ਼ਾਹ ਕਹਿੰਦੇ, ਭਾਈ ਉਹ ਠੱਗੇ ਨਹੀਂ ਜਾਂਦੇ ਜਿਨ੍ਹਾਂ ਨੇ ਅੰਦਰੋਂ ਲੋਭ ਨੂੰ ਮਾਰਿਆ ਹੋਵੇ। ਚੰਦੂ ਕਹਿੰਦਾ ਤੁਸੀਂ ਠੀਕ ਨਹੀਂ ਕੀਤਾ, ਚੁਬਾਰੇ ਦੀ ਇੱਟ ਮੇਰਾ ਅਹੁਦਾ ਵੇਖੋ, ਮੈਂ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਆ, ਤੇ ਤੁਸੀਂ ਮੇਰੀ ਇੱਟ ਮੋਰੀ ਨੂੰ ਲਾਏ। ਜਦੋਂ ਲਾਹੌਰ ਦੀਆਂ ਗੁਰਸਿੱਖਾਂ ਨੇ ਕੰਨੀਏ ਸੁਣਿਆ ਨਾ ਚੰਦੂ ਦੇ ਬੋਲਾਂ ਨੂੰ, ਪੰਜਵੇਂ ਪਾਤਸ਼ਾਹ ਨੂੰ ਚਿੱਠੀ ਲਿਖੀ, ਸੱਚੇ ਪਾਤਸ਼ਾਹ। ਚੰਦੂ ਨੇ ਆਪਣੇ ਆਪ ਨੂੰ ਚੁਬਾਰਾ ਆਖਿਆ ਤੇ ਗੁਰੂ ਘਰ ਨੂੰ ਮੋਰੀ। ਸਤਿਗੁਰੂ ਜੀ ਇਹਦੀ ਲੜਕੀ ਦਾ ਤੁਸੀਂ ਨਾਤਾ ਪ੍ਰਮਾਣ ਨਾ ਕਰਿਓ। ਤੇ ਸਾਧ ਸੰਗਤ ਜੀ, ਉਸ ਵੇਲੇ ਜਦੋਂ ਲਾਹੌਰ ਦੀ ਸੰਗਤ ਨੇ ਮਹਾਰਾਜ ਨੂੰ ਪੱਤਰਕਾ ਲਿਖੀ, ਲਾਹੌਰ ਤੋਂ ਇੱਕ ਸਿੱਖ ਆਇਆ, ਸਤਿਗੁਰਾਂ ਕੋਲ ਪੱਤਰਕਾ ਫੜਾ ਦਿੱਤੀ। ਮਹਾਰਾਜ ਨੇ ਪੱਤਰਕਾ ਪੜ੍ਹੀ ਹੈ, ਘੜ ਘੜ ਕੇ ਅੰਤਰ ਕੀ ਜਾਣਤ ਅੰਤਰਜਾਮੀ ਸਤਿਗੁਰੂ ਦਿਆਲੂ ਕਿਰਪਾਲੂ ਧੰਨ ਗੁਰੂ ਅਰਜਨ ਦੇਵ ਮਹਾਰਾਜ। ਸੱਚੇ ਪਾਤਸ਼ਾਹ ਨੇ ਲਿਖਿਆ ਤੇ ਸਾਧ ਸੰਗਤ ਜੀ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਤੇ ਮਹਾਰਾਜ ਦਾ ਵਚਨ ਕੀ ਹੈ ਪੰਜਵੇਂ ਪਾਤਸ਼ਾਹ ਦਾ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਜੇ ਕੋਈ ਗੁਰਸਿੱਖ ਮਿਲੇ ਨਾ ਰਹਿਤਵਾਨ ਸਤਿਗੁਰੂ ਦੀ ਬਾਣੀ ਪੜ੍ਹਨ ਸੁਣਨ ਵਾਲਾ, ਮਹਾਰਾਜ ਕਹਿੰਦੇ ਪੈਰੀ ਚਰਨੀ ਹੱਥ ਲਾਉਣੇ ਚਾਹੀਦੇ ਨੇ ਉਹਦੇ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਮੈਂ ਗੁਰਸਿੱਖਾਂ 'ਚ ਵਰਤਦਾ, ਮਹਾਰਾਜ ਕਹਿੰਦੇ। ਤੇ ਸਾਧ ਸੰਗਤ ਜੀ, ਉਸ ਵੇਲੇ ਕੀ ਹੋਇਆ, ਮਹਾਰਾਜ ਨੇ ਪੱਤਰਕਾ ਪੜ੍ਹੀ ਹੈ, ਲਿਖਿਆ ਮਹਾਰਾਜ ਦੀ ਲੜਕੀ ਦਾ ਨਾਤਾ ਪ੍ਰਮਾਣ ਨਾ ਕਰਿਓ, ਕਿਉਂਕਿ ਇਹਨੇ ਆਪਣੇ ਆਪ ਨੂੰ ਚੁਬਾਰਾ ਆਖਿਆ ਤੇ ਗੁਰੂ ਘਰ ਨੂੰ ਮੋਰੀ ਨੀਵਾਂ ਆਖਿਆ। ਸਤਿਗੁਰੂ ਕਹਿੰਦੇ ਠੀਕ ਹੈ। ਤੇ ਗੁਰਬਾਣੀ ਕੀ ਕਹਿੰਦੀ, ਵਿੱਚ ਸੰਗਤ ਹਾ ਪ੍ਰਭ ਵਸੈ ਜੀਓ, ਸੰਗਤ 'ਚ ਰੱਬ ਵਸਦਾ ਹੈ। ਲਾਗੀ ਆਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦੇ ਨੂੰ ਸ਼ਗਨ ਪਾਉਣ ਵਾਸਤੇ। ਮਹਾਰਾਜ ਕਹਿੰਦੇ ਨਾ ਭਾਈ, ਜਾਓ ਚੰਦੂ ਨੂੰ ਆਖੋ ਜਾ ਕੇ ਆਪਣੇ ਵਰਗਾ ਹੀ ਕੋਈ ਲੱਭ ਲਵੇ। ਸਾਧ ਸੰਗਤ ਜੀ, ਇਉਂ ਮਹਾਰਾਜ ਜੀ ਨੇ ਬਚਨ ਕੀਤਾ। ਤੇ ਉਹ ਸਮਾਂ ਸੀ ਐਸਾ, ਚੰਦੂ ਨੇ ਸਾਧ ਸੰਗਤ ਜਦੋਂ ਆਪਣੀ ਲੜਕੀ ਦਾ ਸ਼ਗਨ ਦੇਖਿਆ ਨਾ, ਮੁੜਿਆ ਕ੍ਰੋਧਵਾਨ ਹੋ ਗਿਆ। ਇੱਕ ਤੇ ਮਾਇਆ ਦਾ ਨਸ਼ਾ ਸੀ, ਮਾਇਆ ਚਿੱਤ ਭਰਮੇਣ। ਗਾਥਾ ਨਾਮੇ ਬਾਣੀ ਵਿੱਚ ਮਹਾਰਾਜ ਕਹਿੰਦੇ ਹੈ, ਮਾਇਆ ਨੇ ਚਿੱਤ ਭਰਮਾ ਦਿੱਤਾ, ਸਤਿਗੁਰੂ ਨਾਲ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮੈਂ ਦੇਖਾਂਗਾ, ਸਮਾਂ ਆ ਜਾਣ ਦਿਓ। ਇਹ ਦੂਜਾ ਕਾਰਨ ਹੈ। ਪਹਿਲਾ ਕਾਰਨ ਪ੍ਰਿਥੀ ਚੰਦ ਦੀ ਈਰਖਾ, ਤੇ ਦੂਜਾ ਕਾਰਨ ਚੰਦੂ ਦੀ ਲੜਕੀ ਦਾ ਨਾਤਾ ਪ੍ਰਮਾਣ ਨਹੀਂ ਮਹਾਰਾਜ ਨੇ ਕੀਤਾ। ਤੀਜਾ ਜਿਹੜਾ ਕਾਰਨ ਹੈ, ਸਾਧ ਸੰਗਤ ਜੀ,
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਪਾਦਨਾ ਰਚਨਾ ਕੀਤੀ ਮਹਾਰਾਜ ਨੇ। ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਖਸਮ ਦੀ ਬਾਣੀ ਹੈ, ਅੱਲਾ ਦੀ ਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਆਪ ਮਹਾਰਾਜ ਨਿਰੰਕਾਰ ਬੋਲ ਰਹੇ ਨੇ। ਜਦੋਂ ਬਾਣੀ ਗੁਰਸਿੱਖੋ ਇਹ ਭਾਵਨਾ ਚਾਹੀਦੀ ਹੈ। ਘਰੇ ਜਦੋਂ ਬਾਣੀ ਪੜ੍ਹਦੇ ਸੁਣਦੇ ਹੋ ਨਾ, ਹਾਂ ਉਹ ਪਾਠੀ ਨਹੀਂ ਬੋਲਦਾ, ਮੇਰੇ ਗੁਰੂ ਅਰਜਨ ਸਾਹਿਬ ਬੋਲਦੇ ਹੈ, ਗੁਰੂ ਨਾਨਕ ਸਾਹਿਬ ਬੋਲਦੇ ਆ। ਹੁਕਮਨਾਮਾ ਆਇਆ ਸੀ ਨਾ ਤੀਜੇ ਪਾਤਸ਼ਾਹ ਦਾ, ਇਹ ਸਾਧ ਸੰਗਤ ਜੀ ਗੁਰੂ ਅਮਰਦਾਸ ਪਿਤਾ ਜੀ ਬੋਲੇ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸ਼ਬਦ ਰੂਪ ਹੋ ਕੇ ਤੇ ਸਾਧ ਸੰਗਤ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੰਪਾਦਨ ਰਚਨਾ ਕੀਤੀ। ਐਸਾ ਮਹਾਰਾਜ ਨੇ ਪ੍ਰਚਾਰ ਕੀਤਾ, ਸਾਈਂ ਮੀਆਂ ਮੀਰ ਵਰਗੇ ਵੀ ਮਹਾਰਾਜ ਦੇ ਚਰਨੀ ਡਿੱਗਦੇ ਐ। ਵੱਡੇ ਵੱਡੇ ਪੀਰ ਮੁਸਲਮਾਨ ਮਹਾਰਾਜ ਦੇ ਚਰਨੀ ਆਉਂਦੇ ਐ। ਸਾਧ ਸੰਗਤ ਜੀ ਇੱਕ ਦਿਨ ਮਹਾਰਾਜ ਸੁਖਮਣੀ ਸਾਹਿਬ ਨਾਮੇ ਬਾਣੀ ਉਚਾਰ ਰਹੇ ਸੀ। ਸਾਈਂ ਮੀਆਂ ਮੀਰ ਮਹਾਰਾਜ ਕੋਲ ਬੈਠਾ ਸੀ। ਬ੍ਰਹਮ ਗਿਆਨੀ ਦੀ ਅਸ਼ਟਪਦੀ ਮਹਾਰਾਜ ਉਚਾਰ ਰਹੇ ਸੀ। ਉਸ ਵੇਲੇ ਸਤਿਗੁਰੂ ਜੀ ਨੇ ਆਖਿਆ ਸੀ, ਬ੍ਰਹਮ ਗਿਆਨੀ ਕੇ ਧੀਰਜ ਏਕ, ਜੋ ਬਸੁਦਾ ਕੋ ਖੋਦੈ ਕੋ ਚੰਦਨ ਲੇਪ। ਬਸੁਦਾ ਨਾਮ ਹੈ ਧਰਤੀ ਦਾ। ਧਰਤੀ ਨੂੰ ਕੋਈ ਖੋਦੀ ਜਾਵੇ, ਧਰਤੀ ਤੇ ਚੰਦਨ ਦਾ ਲੇਪ ਕਰੀ ਜਾਵੇ, ਕੋਈ ਫਰਕ ਨਹੀਂ ਪੈਂਦਾ। ਧਰਤੀ ਏਡੀ ਵੱਡੀ ਧੀਰਜ ਹੁੰਦੀ ਹੈ ਬ੍ਰਹਮ ਗਿਆਨੀ ਦੇ ਅੰਦਰ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਆਖਿਆ, ਸਾਈਂ ਮੀਆਂ ਮੀਰ ਕਹਿੰਦੇ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ? ਮਹਾਰਾਜ ਕਹਿੰਦੇ ਸਾਈਂ ਜੀ ਸਮਾਂ ਆਵੇਗਾ, ਇਹ ਬਚਨਾਂ ਨੂੰ ਪ੍ਰਤੱਖ ਕਰਕੇ ਵਿਖਾਵਾਂਗੇ। ਇਹ ਬਚਨ ਮਹਾਰਾਜ ਨੇ ਭਵਿੱਖਤ ਬਚਨ ਕੀਤੇ। ਸਤਿਗੁਰੂ ਤਾਂ ਜਾਣਦੇ ਆ ਨਾ ਆਉਣ ਵਾਲੇ ਸਮੇਂ ਬਾਰੇ। ਤੇ ਸਾਧ ਸੰਗਤ ਜੀ ਜਦੋਂ ਫਿਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ, ਤੀਜਾ ਕਾਰਨ, ਸਭ ਤੋਂ ਵੱਡਾ ਕਾਰਨ ਕਿਹੜਾ? ਇਤਿਹਾਸ ਜਦੋਂ ਪੜ੍ਹਦੇ ਸੁਣਦੇ ਆ, ਉਹ ਹੈ ਕਾਰਨ ਜਹਾਂਗੀਰ ਬਾਦਸ਼ਾਹ ਨੇ ਤੁਝ ਕੇ ਜਹਾਂਗੀਰੀ ਨਾਮ ਦੀ ਕਿਤਾਬ ਲਿਖੀ ਹੈ। ਉਹਦੇ ਵਿੱਚ ਉਹ ਕਹਿੰਦਾ ਹੈ ਜਿਹੜੀ ਕਈ ਸਾਲਾਂ ਤੋਂ, 4 ਪੁਸ਼ਤਾਂ ਤੋਂ ਗੁਰੂ ਨਾਨਕ ਸਾਹਿਬ ਦੀ ਗੱਦੀ ਤੁਰੀ ਆਉਂਦੀ ਹੈ, ਇਹਨੂੰ ਮੈਂ ਖਤਮ ਕਰਨਾ ਚਾਹੁੰਦਾ। ਉਸ ਵੇਲੇ ਦੀ ਸਰਕਾਰ ਨੇ ਵੀ 84 'ਚ ਇਹ ਕੀਤਾ ਸੀ ਨਾ, ਨਸਲਕੁਸ਼ੀ ਕੀਤੀ ਸਾਧ ਸੰਗਤ ਜੀ ਸਿੱਖ ਕੌਮ ਦੀ। 84 ਵਿੱਚ ਨਵੰਬਰ ਦੇ ਮਹੀਨੇ ਦਿੱਲੀ ਦੇ ਵਿੱਚ ਟਾਇਰ ਪਾ ਪਾ ਕੇ ਸਿੱਖਾਂ ਨੂੰ ਸਾੜਿਆ। ਇਹ ਨਸਲਕੁਸ਼ੀ ਸੀ ਸਾਧ ਸੰਗਤ ਜੀ। ਸਾਨੂੰ ਮੁਕਾਉਣਾ ਚਾਹੁੰਦੇ ਸੀ ਪਰ ਕਦੇ ਨਹੀਂ ਮੁੱਕੇਗਾ, ਕਿਉਂਕਿ ਇਹਨੂੰ ਸਾਜਣ ਵਾਲਾ ਗੁਰੂ ਗੋਬਿੰਦ ਸਿੰਘ ਹੈ। ਤੇ ਗੁਰੂ ਗੋਬਿੰਦ ਸਿੰਘ ਕੌਣ ਹੈ? ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਹਾ ਸਮਾਏ। ਤੇ ਗੁਰੂ ਗੋਬਿੰਦ ਸਿੰਘ ਆਪ ਕਾਲ ਪੁਰਖ ਨੇ, ਤੇ ਕਾਲ ਪੁਰਖ ਮਰਦਾ ਕਦੇ, ਤੇ ਉਹਦਾ ਬਣਾਇਆ ਹੋਇਆ ਪੰਥ ਵੀ ਨਹੀਂ ਕਦੇ ਖਤਮ ਹੋਵੇਗਾ। ਚਾਹੇ ਮੁਸਲਮਾਨ ਹੋਣ ਚਾਹੇ ਹਿੰਦੂ ਹੋਣ, ਜਿਹੜਾ ਮਰਜੀ ਆਵੇ ਸਾਧ ਸੰਗਤ ਜੀ ਆਖੇ ਮੈਂ ਇਹ ਪੰਥ ਨੂੰ ਖਤਮ ਕਰਨਾ ਚਾਹਾਂਗਾ, ਭੁੱਲ ਜਾਣ ਸਾਧ ਸੰਗਤ ਜੀ, ਖਤਮ ਨਹੀਂ ਹੋ ਸਕਦੇ। ਇਹਨਾਂ ਦੀਆਂ ਜੜ੍ਹਾਂ ਵਿੱਚ ਗੁਰੂ ਅਰਜਨ ਸਾਹਿਬ ਦਾ ਖੂਨ ਹੈ। ਸੱਚੇ ਪਾਤਸ਼ਾਹ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 4 ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ, ਤੇ ਸਿੱਖ ਪੰਥ ਕਦੇ ਖਤਮ ਨਹੀਂ ਹੋ ਸਕਦਾ। ਹਾਂ, ਸੁਪਨੇ ਜ਼ਰੂਰ ਲੈ ਲੈਣ ਸਾਧ ਸੰਗਤ ਜੀ, ਸੁਪਨੇ ਜ਼ਰੂਰ ਲੈਣ, ਆਹ ਕਰ ਲਾਂਗੇ ਉਹ ਕਰ ਲਾਂਗੇ, ਪਰ ਪੰਥ ਨਹੀਂ ਕਦੇ ਖਤਮ ਹੋਵੇਗਾ। ਤੇ ਸਾਧ ਸੰਗਤ ਜੀ ਚੌਥਾ ਜਿਹੜਾ ਵੱਡਾ ਕਾਰਨ ਹੈ ਸਾਧ ਸੰਗਤ ਜੀ, ਉਹ ਇਹ ਹੈ, ਜਦੋਂ ਅਕਬਰ ਬਾਦਸ਼ਾਹ ਸੀ ਨਾ ਰਾਜ ਗੱਦੀ ਤੇ ਬੈਠਾ, ਜਹਾਂਗੀਰ ਬਾਦਸ਼ਾਹ ਸੀ ਜਿਹੜਾ ਸਾਧ ਸੰਗਤ ਜੀ, ਇਹਦਾ ਜਿਹੜਾ ਸੁਭਾਅ ਸੀ ਤਵਸਵੀ ਸੀ, ਪਾਪੀ ਸੁਭਾਅ ਸੀ ਇਹਦਾ। ਇਹ ਰਾਜ ਗੱਦੀ ਤੇ ਬਿਠਾਉਣ ਦੇ ਲਾਇਕ ਨਹੀਂ ਸੀ। ਜਹਾਂਗੀਰ ਦਾ ਪੁੱਤਰ ਸੀ ਖੁਸਰੋ। ਅਕਬਰ ਬਾਦਸ਼ਾਹ ਆਪਣੇ ਪੁੱਤਰ ਨੂੰ ਨਹੀਂ, ਪੋਤਰੇ ਨੂੰ ਗੱਦੀ ਦੇਣਾ ਚਾਹੁੰਦਾ ਸੀ। ਤੇ ਜਦੋਂ ਇਹ ਗੱਲ ਨੂੰ ਪਤਾ ਲੱਗੀ ਨਾ ਜਹਾਂਗੀਰ ਬਾਦਸ਼ਾਹ ਨੂੰ,
मैनू नहीं राज गद्दी देनी, मेरे पुत्र नू खुसरो नू देनी है। ते साध संगत जी ने बगावत की है। इनू अहमद सरहंदी पीर मिलिया। ते ओ जेड़ा पीर सी ना साध संगत जी, मन्निया पर मन्निया पीर, हिंदू लोग भी उहदा सत्कार करिया करदे सी। पर गुरु नानक साहब सच्चे पातशाह की गद्दी नू खत्म करना चाहुंदा सी। अहमद सरहंदी पीर चौथा वड्डा कारण है, ये सारियां तो वड्डा कारण। ते साध संगत जी उस वेले जहांगीर बादशाह अहमद सरहंदी पीर नू मिलिया जाके। ते जदों अहमद सरहंदी पीर नू मिलिया ना, ये कहंदा मैं तेनू राज गद्दी तां बिठा देवांगा, मेरी बड़ी चलदी है, मन्निया पर मन्निया पीर हाँ मैं। तू एक काम करना मेरा, जेड़ी गुरु नानक साहब की गुरता गद्दी कई पुश्तां तो चलदी है ना, वो बंद करनी है तू। ये कहंदा ठीक है। साध संगत जी ऐसा समय का गेड़ पाया, जहांगीर बादशाह गद्दी ते बह गया। इहने पुत्र नू साध संगत जी खुसरो नू देश नकाला दे दिता, अपने देश तो बाहर कढ़ दिता। की आखिया, जेड़ा मेरे पुत्र नू पनाह देवेगा सजाए मौत दिती जावेगी, सजाए मौत। ये साध संगत जी उस तो बाद ये धन गुरु अर्जन देव महाराज के पिछे मगर पै गया। खुसरो साध संगत जी एक दिन धन गुरु अर्जन देव महाराज के चरनी आया। आप जी सियाणे हो, गुरु घर चाहे चोर आवे साध आवे, इत्थे किहड़ा किसी का कल्ले का कब्जा लिया है भी मेरा ही है गुरु घर। इत्थे चोर भी आउंदे है, साध भी आउंदे है, मूर्ख भी आउंदे है, ज्ञानी तो ज्ञानी भी आउंदे है। वो साध संगत जी किते महाराज दे दर्शन करन आया। खुसरो सच्चे पातशाह के दरबार विचों लंगर पानी छकिया। उन्हें लंगरां विचों लंगर पानी छक के गुरु साहब के दर्शन किए महाराज ने। सच्चे पातशाह के दर्शन करन तो बाद गुरु साहब ने सुख शांत पूछी है। साध संगत जी विरोधियां ने की आख्या, जहांगीर बादशाह के कन भरे जाके चंदू वर्गियां ने। महाराज गुरु अर्जन साहब ने खुसरो नू पनाह दिती ते टिक्का भी महाराज ने लाया। देखो झूठ ते ये नहीं पता, सतगुरु जे टिक्का लाउंदे सी वो केवल गद्दी ते बैठण वालियां नू लाउंदे सी, होर किसी नू टिक्का नहीं लाया महाराज ने। हुण गुरु अर्जन साहब ने चंदन दा टिक्का गुरता गद्दी दा तिलक 6वें पातशाह नू लाया, 6वें पातशाह ने गुरु हरराय साहब नू लाया। ਉਹਦੇ ਤੋਂ ਬਿਨਾ महाराज ने किसी नू टिक्का नहीं सी लाया। झूठ बोलिया चंदू वर्गियां ने। महाराज माया दिती है, गुरु अर्जन साहब ने पनाह दिती है, बुलाओ उन्होंने कोल। उस समय फिर व्रत जारी कर दिते जहांगीर बादशाह ने। ते हुण सुणिओ ध्यान दे नाल किवें महाराज की शहीदी होई। आप जी ने 4 कारण सुने हैं। पिरथी चंद की ईरखा ते चंदू की लड़की का नाता नहीं प्रमाण किया। क्रोध है, गुस्सा है, मैं वेखांगा महाराज नू। तीजा गुरु ग्रंथ साहिब की बाणी, जिहड़ी बाणी अज साडे कोल है, इस बाणी बदले महाराज कुर्बान हो गए। ते चौथा अहमद सरहंदी पीर ने आख्या सी, 4 पुश्तां तो जिहड़ी गद्दी चलदी है गुरु नानक साहब की, तू बंद करी, मैं तैनू गद्दी दा दवा दांगा जहांगीर। ते बस वो काम होना शुरू हो गया। ते साध संगत जी इन्हें व्रत जारी कर दिते जहांगीर बादशाह ने। गुरु अर्जन साहब सच्चे पातशाह जी के कोल जदों सिपाही आए, महाराज आप जी नूं जहांगीर बादशाह ने सद्या लाहौर, लाहौर सद्या है। सतगुरु महाराज घड़ घड़ के अंतर की जानत। गुरु साहब नूं पता लग गया हुण साडा ज्योति जोत समाउण दा समा नेड़े आ गया। सतगुरु जी ने बाबा बुढ़ा जी नूं बुलाया, भाई बहलो जी, भाई गुरदास जी नूं सद्या, भाई काले नूं सद्या। सारी गुरु घर की जिम्मेवारी बाबा बुढ़ा ते भाई गुरदास जी नूं सौंप दिती। संगतां पुछदियां ने, महाराज ये की कारण है?
ਆਪ ਜੀ ਇਹ ਕਿਉਂ ਕਰ ਰਹੇ ਹੋ ਮਹਾਰਾਜ? ਆਪ ਜੀ ਨੂੰ ਤੇ ਬੁਲਾਇਆ ਤੇ ਜਾਓ ਤੇ ਛੇਤੀ ਵਾਪਸ ਆਓ। ਮਹਾਰਾਜ ਨੇ ਕੋਈ ਬਚਨ ਨਹੀਂ ਕੀਤਾ। ਸਾਧ ਸੰਗਤ ਜੀ ਬਾਬਾ ਬੁੱਢਾ ਜੀ ਨੂੰ ਆਖਿਆ, ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਤੇ ਬਿਠਾਓ। ਆਪ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬਿਠਾਇਆ। ਮੀਰੀ ਪੀਰੀ ਤਲਵਾਰਾਂ ਬਾਅਦ ਵਿੱਚ ਧਾਰਨ ਕੀਤੀਆਂ। ਆਪ ਜੀ ਨੇ ਸੁਣ ਲੈਣਾ ਹੁਣ ਧਿਆਨ ਨਾਲ। ਗੁਰਤਾ ਗੱਦੀ ਦਾ ਤਿਲਕ ਲਾ ਦਿੱਤਾ। 5 ਸਿੱਖ ਨਾਲ ਲਏ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੈਂਡਾ, ਭਾਈ ਪ੍ਰਾਣਾ ਤੇ ਭਾਈ ਲੰਗਾਹਾ, 5 ਸਿੱਖਾਂ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਨੂੰ ਚੱਲੇ ਐ। ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਲਾਹੌਰ ਨੂੰ ਚੱਲੇ ਐ ਨਾ, ਉੱਥੇ ਲਾਹੌਰ ਵਿੱਚ ਭਾਈ ਸੁੱਧੂ ਰਹਿੰਦਾ ਸੀ। ਉਹ ਮਹਾਰਾਜ ਨੂੰ ਰੋਜ਼ ਚੇਤੇ ਕਰਿਆ ਕਰੇ, ਸੱਜੇ ਬਾਦਸ਼ਾਹ ਕਿਤੇ ਮੇਰੇ ਗਰੀਬ ਦੇ ਘਰ ਵੀ ਆਵੋਂਗੇ। ਤੇ ਆਪ ਜੀ ਸਿਆਣੇ ਹੋ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਗੁਰੂ ਅਰਜਨ ਸਾਹਿਬ ਤੇ ਗਰੀਬ ਨਿਵਾਜ ਹੈ, ਗਰੀਬਾਂ ਨੂੰ ਨਵਾਜਣ ਵਾਲੇ ਨੇ। ਮਹਾਰਾਜ ਭਾਈ ਸੁੱਧੂ ਦੇ ਘਰ ਚਲੇ ਗਏ। ਨਿਹਾਲ ਕਰਦੇ ਹੋਏ, ਆਪਣੀ ਮੌਜ ਵਿੱਚ ਵਿਚਰਦੇ ਹੋਏ ਲਾਹੌਰ ਪਹੁੰਚੇ ਹੈ। ਤੇ ਜਿਸ ਵੇਲੇ ਮਹਾਰਾਜ ਲਾਹੌਰ ਪਹੁੰਚੇ ਹੈ ਨਾ, ਇੱਧਰ ਸਾਧ ਸੰਗਤ ਜੀ ਜਿਹੜੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਦੀਆਂ ਹੁੰਦੀਆਂ ਸਨ, ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ, ਤੇ ਸੱਤੇ ਤੇ ਬਲਵੰਡੇ ਨੇ ਕੀ ਆਖਿਆ? ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਮਣ ਹੋ ਤੇ ਆਥਵਣ ਹੋ, ਚੋ ਚੱਕੀ ਕੀਆਂ ਨ ਲੋਆ। ਮਹਾਰਾਜ ਤੁਸੀਂ ਤਖਤ ਤੇ ਬੈਠੇ ਬਹੁਤ ਸੋਹਣੇ ਲੱਗਦੇ ਹੋ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਮਹਾਰਾਜ ਤੁਹਾਡੇ ਸੀਸ ਉੱਪਰ ਲੱਗਿਆ ਚੰਦੋਆ ਸਾਹਿਬ ਵੀ ਬੜਾ ਸੋਹਣਾ ਲੱਗਦਾ ਹੈ। ਇਹ ਸੱਚੇ ਪਾਤਸ਼ਾਹ ਤੇ ਸਾਧ ਸੰਗਤ ਜੀ, ਜਦੋਂ ਮਾਤਾ ਗੰਗਾ ਜੀ ਇੱਧਰ ਮਹਾਰਾਜ ਦੇ ਸਾਧ ਸੰਗਤ ਜੀ, ਭਾਵੇਂ ਪਤੀ ਹੈ, ਪਰਮੇਸ਼ਰ ਹੈ, ਔਰ ਦੂਜੇ ਪਾਸੇ ਗੁਰੂ ਸਰੂਪ ਵੀ ਹੈ ਗੁਰੂ ਅਰਜਨ ਸਾਹਿਬ। ਮਾਤਾ ਗੰਗਾ ਜੀ ਦੇ ਪਤੀ ਵੀ ਨੇ, ਭਾਵ ਗੁਰੂ ਅਰਜਨ ਸਾਹਿਬ ਨੂੰ ਵਿਆਹੇ ਹੋਏ ਸਨ, ਤੇ ਗੁਰੂ ਵੀ ਹੈ, ਪਰਮੇਸ਼ਰ ਵੀ ਹੈ। ਤੇ ਸਾਧ ਸੰਗਤ ਜੀ ਮਾਤਾ ਜੀ ਨਾ ਫਿਰ ਵਿਰਾਗ, ਵਿਛੋੜੇ ਵਿੱਚ ਵਿਰਾਗ ਕਰਦੇ ਹੈ। ਕੀ ਕਹਿੰਦੇ ਐ? ਇੰਨਾ ਨੈਣਾ ਨੇ ਤਰਸ ਦਿਆ
ਸਾਧ ਸੰਗਤ ਜੀ ਵਿਛੋੜੇ ਦਾ ਜੋ ਵਿਜੋਗ ਹੈ, ਰੋਣਾ ਵਿਰਲਾਪ ਕਰ ਰਹੇ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਸਤਿਗੁਰੂ ਜੀ ਪਤਾ ਨਹੀਂ ਕਦੋਂ ਤੁਹਾਡੇ ਦਰਸ਼ਨ ਹੁਣ ਹੋਣਗੇ। ਸਾਧ ਸੰਗਤ ਜੀ, ਮਹਾਰਾਜ ਲਾਹੌਰ ਆ ਗਏ, ਭਾਈ ਸਿੱਧੂ ਨੂੰ ਮਹਾਰਾਜ ਦਰਸ਼ਨ ਦਿੱਤੇ ਤੇ ਲਾਹੌਰ ਪਹੁੰਚ ਗਏ ਜਹਾਂਗੀਰ ਬਾਦਸ਼ਾਹ ਦੇ ਕੋਲ। ਜਦੋਂ ਜਹਾਂਗੀਰ ਬਾਦਸ਼ਾਹ ਦੇ ਕੋਲ ਪਹੁੰਚੇ ਨਾ ਮਹਾਰਾਜ, ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ। ਉੱਚਾ ਲੰਬਾ ਮਹਾਰਾਜ ਦਾ ਕੱਦ ਹੈ, ਭਾਰੀ ਸਰੀਰ ਹੈ, ਸਤਿਗੁਰੂ ਜੀ ਦਾ ਲੰਬਾ ਦਾੜਾ ਹੈ, ਸੀਸ ਉੱਪਰ ਮਹਾਰਾਜ ਦੇ ਸੋਹਣੀ ਦਸਤਾਰ ਸਜਾਈ ਹੈ, ਗਲ ਲੰਬਾ ਚੋਲਾ ਪਾਇਆ ਮਹਾਰਾਜ ਦੇ। 5 ਸਿੱਖ ਨਾਲ ਨੇ, ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ, ਭਾਈ ਪੈਣਾ, ਪੁਰਾਣਾ ਲੰਗਾਹ। ਤੇ ਜਹਾਂਗੀਰ ਬਾਦਸ਼ਾਹ ਨੇ ਸਲਾਮ ਤੇ ਕੀਤੀ ਹੈ, ਅਸੀਂ ਵੀ ਕਰਦੇ ਹਾਂ ਸਲਾਮ, ਪਰ ਸਾਧ ਸੰਗਤ ਜੀ ਅੰਦਰੋਂ ਨਹੀਂ ਸਲਾਮ ਕੀਤੀ। ਹਾਂ, ਸਲਾਮ ਵੀ ਕਰਦੇ ਹਾਂ, ਜਵਾਬ ਵੀ ਦਿੰਦੇ ਹਾਂ ਗੁਰੂ ਮਹਾਰਾਜ ਨੂੰ। ਸਲਾਮ ਜਵਾਬ ਦੋਵੇਂ ਕਰੇ, ਆਸਾ ਦੀ ਵਾਰ ਦੀ ਬਾਣੀ ਕਹਿੰਦੀ ਹੈ, ਮੁੰਡੋ ਕੁਥਾ ਜਾਏ ਨਾਨਕ ਦੋਵੇਂ ਕੂੜੀਆਂ, ਕਾਏ ਨਾ ਥਾਈ ਪਾਏ, ਕਿਸੇ ਥਾਂ ਨਹੀਂ ਪੈਂਦੀ ਉਹ। ਤੇ ਸੀਸ ਨਵਾਇਆ ਕਾਤ ਕਿਆ ਥੀਏ ਜਾਂ ਹਿਰਦੈ ਕਸੁੱਧੇ ਜਾਹੇ, ਕੀ ਫਾਇਦਾ ਸੀਸ ਨਵਾਉਣ ਦਾ ਜੇ ਮਾਨੀ ਕਸੁੱਧਾ ਹੈ, ਕਾਲਾ ਹੈ। ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਕਹਿੰਦਾ ਮਹਾਰਾਜ ਆਪ ਜੀ ਨੇ ਖੁਸਰੋ ਨੂੰ ਪਨਾਹ ਦਿੱਤੀ ਏ। ਮਹਾਰਾਜ ਕਹਿੰਦੇ ਨਹੀਂ, ਹਾਂ ਗੁਰੂ ਘਰ ਆਇਆ, ਭੋਜਨ ਪਾਣੀ ਛਕਿਆ ਉਹਨੇ, ਅਸੀਂ ਕੋਈ ਪਨਾਹ ਨਹੀਂ ਦਿੱਤੀ। ਕਹਿੰਦਾ ਜੀ 5000 ਰੁਪਈਆ ਦਿੱਤਾ ਤੁਸੀਂ ਉਹਨਾਂ ਨੂੰ। ਮਹਾਰਾਜ ਕਹਿੰਦੇ ਨਹੀਂ, ਸੰਗਤ ਦੀ ਮਾਇਆ ਹੈ। ਤੇ ਮਹਾਰਾਜ ਕਹਿੰਦੇ ਅਸੀਂ ਇੱਦਾਂ ਕਿਸੇ ਨੂੰ ਮਾਇਆ ਨਹੀਂ ਦਿੰਦੇ। ਮਹਾਰਾਜ ਨੇ ਇਉਂ ਬਚਨ ਕੀਤੇ। ਤੇ ਸਾਧ ਸੰਗਤ ਜੀ, ਜਦੋਂ ਮਹਾਰਾਜ ਜਵਾਬ ਦੇਈ ਜਾਂਦੇ ਹੈ ਨਾ, ਫਿਰ ਕਹਿੰਦਾ ਜੀ ਤੁਸੀਂ ਇੱਕ ਗ੍ਰੰਥ ਦੀ ਰਚਨਾ ਕੀਤੀ ਹੈ, ਉਹਦੇ ਵਿੱਚ ਤੁਸੀਂ ਇਹ ਕਿਰਪਾ ਕਰੋ ਲਿਖ ਦਿਓ ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਲਿਖ ਦਿਓ ਉਹਦੇ 'ਚ। ਮਹਾਰਾਜ ਕਹਿੰਦੇ ਨਹੀਂ, ਮੈਂ ਕੁਝ ਨਹੀਂ ਕਰ ਸਕਦਾ। ਕਹਿੰਦੇ ਕਿਉਂ? ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਅਕਾਲ ਪੁਰਖ ਦੀ ਬਾਣੀ ਹੈ, ਇਹ ਮੇਰੀ ਬਾਣੀ ਨਹੀਂ ਹੈ, ਖਸਮ ਦੀ ਬਾਣੀ ਹੈ, ਨਿਰੰਕਾਰ ਦੀ ਬਾਣੀ ਹੈ। ਇਉਂ ਬਚਨ ਕੀਤੇ। ਇਹ ਨਹੀਂ ਹੋਵੇਗਾ ਮਹਾਰਾਜ, ਰਲਾਵਟ ਨਹੀਂ ਕਰਨੀ ਮੈਂ ਗੁਰੂ ਗ੍ਰੰਥ ਸਾਹਿਬ 'ਚ, ਆਪਣਿਆਂ ਸਿੱਖਾਂ ਨੂੰ ਜ਼ਹਿਰ ਨਹੀਂ ਦੇਣੀ। ਮਹਾਰਾਜ ਕਹਿੰਦੇ ਅੰਮ੍ਰਿਤ ਹੀ ਦੇ ਕੇ ਜਾਵਾਂਗਾ। ਤੇ ਸਾਧ ਸੰਗਤ ਜੀ, ਇਹ ਜਦੋਂ ਮਹਾਰਾਜ ਨੇ ਇਉਂ ਬਚਨ ਕੀਤੇ, ਆਪ ਜੀ ਨੂੰ ਪਤਾ ਹੈ ਵੀ ਚੰਦੂ ਤਾਂ ਪਹਿਲੀ ਜਿੱਦ ਕਰਨੀ, ਉਹਨੇ ਕਿਹੜ ਕੱਢਣੀ ਸੀ ਮਹਾਰਾਜ ਦੇ ਨਾਲ। ਤੇ ਸਾਧ ਸੰਗਤ ਜੀ, ਦੂਜੇ ਪਾਸੇ ਜਹਾਂਗੀਰ ਨੇ, ਆਪ ਜੀ ਨੇ ਸੁਣਿਆ ਵੀ ਮਹਾਰਾਜ ਦੀ ਜੋ ਗੱਦੀ ਹੈ ਬੰਦ ਕਰਨੀ ਚਾਹੁੰਦਾ ਸੀ। ਤੇ ਸਾਧ ਸੰਗਤ ਜੀ, ਜਹਾਂਗੀਰ ਬਾਦਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੰਦੂ ਦੇ ਹਵਾਲੇ ਕਰਕੇ ਆਪ ਚਲਿਆ ਗਿਆ ਸਿੰਧ ਨੂੰ। ਹੁਣ ਮਹਾਰਾਜ ਸੱਚੇ ਪਾਤਸ਼ਾਹ ਚੰਦੂ ਦੇ ਕੋਲ, ਚੰਦੂ ਦੇ ਕੋਲ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਫਿਰ ਲਾਲ ਰੰਗ ਦੀ ਖੂਹ ਵਾਲੀ ਹਵੇਲੀ 'ਚ ਲੈ ਆਇਆ। ਉੱਥੇ ਜਿਹੜਾ ਕਹਿ ਰਟਾਇਆ ਨਾ ਮਹਾਰਾਜ ਦੇ ਚੰਦੂ ਨੇ। ਸਾਧ ਸੰਗਤ ਜੀ ਦੇਖੋ, ਜੇਠ ਦਾ ਮਹੀਨਾ ਹੈ, ਉਸ ਵੇਲੇ ਚੰਦੂ ਨੇ ਕੀ ਕੀਤਾ, ਸਤਿਗੁਰੂ ਜੀ ਨੂੰ ਨਜ਼ਰਬੰਦ ਕਰ ਦਿੱਤਾ, 5 ਸਿੱਖਾਂ ਨੂੰ ਨਜ਼ਰਬੰਦ ਕਰ ਦਿੱਤਾ। ਆਪਣੇ ਪਹਿਰੇਦਾਰਾਂ ਨੂੰ ਕਹਿੰਦਾ ਗੁਰੂ ਸਾਹਿਬ ਨੂੰ ਕੁਝ ਵੀ ਖਾਣ ਪੀਣ ਵਾਸਤੇ ਕੋਈ ਪਦਾਰਥ ਨਹੀਂ ਦੇਣਾ, ਪੀਣ ਲਈ ਪਾਣੀ ਨਹੀਂ ਦੇਣਾ। ਤੇ ਸਾਧ ਸੰਗਤ ਜੀ, ਇਉਂ ਕਹਿ ਕੇ ਚੰਦੂ ਚਲਿਆ ਗਿਆ। ਆਮ ਪ੍ਰਚਾਰਕ ਕੀ ਕਰਦੇ, ਚੰਦੂ ਨੂੰ ਮੋਹਰਾ ਬਣਾਉਂਦੇ ਐ। ਸਰਕਾਰ ਦੀਆਂ ਨੀਤੀਆਂ ਹੁੰਦੀਆਂ ਇਹ, ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣੀ, ਆਪ ਪਿੱਛੇ ਰਹਿਣਾ। ਪਰ ਨਹੀਂ, ਇਤਿਹਾਸ ਜਦੋਂ ਪੜਾਂਗੇ, ਮਹਿਮਾ ਪ੍ਰਕਾਸ਼, ਸੂਰਜ ਪ੍ਰਕਾਸ਼, ਤੇ ਉਹਦੇ ਵਿੱਚ ਸਾਧ ਸੰਗਤ ਜੀ ਬਚਨ ਆਏ ਹੈ। ਜਹਾਂਗੀਰ ਬਾਦਸ਼ਾਹ ਵੀ ਮਹਾਰਾਜ ਦਾ ਦੋਸ਼ੀ ਹੈ। ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਤਲ ਕਰਨ ਦਾ, ਸ਼ਹੀਦ ਕਰਨ ਦਾ ਹੁਕਮ ਜਹਾਂਗੀਰ ਨੇ ਦਿੱਤਾ ਸੀ। ਚੰਦੂ ਦੀ ਕੀ ਔਕਾਤ ਹੈ ਮਹਾਰਾਜ ਨੂੰ ਸ਼ਹੀਦ ਕਰਨ ਦੀ। ਸਾਧ ਸੰਗਤ ਜੀ, ਇਸ ਕਰਕੇ ਦੋਵਾਂ ਨੂੰ ਧਿਆਨ ਵਿੱਚ ਰੱਖਣਾ, ਚੰਦੂ ਤੇ ਜਹਾਂਗੀਰ ਨੂੰ। ਤੇ ਸਾਧ ਸੰਗਤ ਜੀ,
उस वेले की होया, दूजे दिन चंदू आया, कहंदा महाराज मेरियां शर्तां मान लो 3। एक ते तुसी 2 लाख रुपया दिओ, जो तुहानू सजा लगी है, तुसी पनाह दित्ती है खुसरो नूं। महाराज कहंदे नहीं मैं नहीं दवांगा, मैं जुर्म नहीं कीता। दंड वो दिंदे है, जुर्माना वो भरदे जिहड़ा जुर्म करदा है। ते कहंदा दूजा वचन मान लो, गुरु ग्रंथ साहिब दे विच मुहम्मद साहिब दी वडियाई लिख दो। महाराज कहंदे नहीं ये भी नहीं होवेगा। तीजा मुसलमान हो जो, धर्म छड्ड दो। सतगुरु गुरु अर्जन साहिब कहंदे जो तो प्रेम खेलन का चाओ, सिर तर तली गरी मेरी आओ। ये गुरु नानक साहिब दे वचन है। इत मार्ग पैर धरीजै, सिर दीजै कान ना कीजै। पहला मरण कबूल, जीवन की छड़ आस। जिउण दी आसां छड़ दे, पहला मरना कबूल। जे तू सिख धर्म दे ए धर्म मार्ग ते चलना है, महाराज दा वचन है, धर्म नहीं छड्डांगे तां बस साध संगत जी गुरु साहिब ने इउं जवाब दिता। उस वेले इहने जलादां नूं हुक्म कीता। सतगुरु महाराज नूं जेठ हाड़ दी धुप्प, आप जी सियाणे हो किन्नी गर्मी पै रही है। चलो अज दा मौसम थोड़ा ढिला है, मींह जो पिया है, पर साध संगत जी सतगुरु महाराज दी सीस विच गर्म रेता पाया जावे, इउं जलादां नूं हुक्म कीता। उस वेले शांति स्वरूप सतगुरु गुरु अर्जन देव जी महाराज साध संगत जी जेठ दे महीने दोपहर दे वेले बैठे है। ऐसे मेरे गुरुदेव धन गुरु अर्जन साहिब जी जिन्हां दे सीस विच गर्म रेता पाया जा रहा है, ते मेरे गुरुदेव जी उथे बैठे। फिर अकाल पुरख निरंकार दे भाणे विच इउं कह रहे है, तेरा कीया मीठा लागे सीर विच गर्म रेता महाराज दे पै रिहा ते शांति स्वरूप सतगुरु जी अकाल पुरख वाहिगुरु दे चरनां च लिव लाई बैठे। सानू गुरसिखां नूं जाच सिखा रहे हैं महाराज, इदां भाणा मन्नी दा इदां। साध संगत जी महाराज आप अकाल पुरख है, की नहीं सी कर सकते महाराज, पर जिवें स्कूलां कालजां विच टीचर नूं आउंदा हुंदा ना सारा कुछ, ते बच्चे नूं पिछे जदों ब्लैक बोर्ड ते लैके इदां बोलना, तू इदां इदां इहनूं पढ़ना, इदां सब सिखाउण दी जाच है। तां धन गुरु अर्जन देव महाराज दा भाणा मनना सिखा रहे है। ते साध संगत जी रात होई है, सच्चे पातशाह धन गुरु अर्जन देव महाराज जी नज़रबंद ने लाल खूह वाली हवेली। उस वेले
ਸਾਧ ਸੰਗਤ ਜੀ ਜਦੋਂ ਦੂਜਾ ਦਿਨ ਚੜ੍ਹਿਆ, ਚੰਦੂ ਫੇਰ ਆਇਆ। ਜਦੋਂ ਸਾਧ ਸੰਗਤ ਜੀ ਚੰਦੂ ਆਇਆ ਨਾ, ਇਹ ਕਹਿੰਦਾ ਮਹਾਰਾਜ ਮੰਨ ਜਾਓ ਤੁਸੀਂ, 3 ਬਚਨ ਮੰਨ ਲਓ ਮੇਰੇ। ਧੰਨ ਗੁਰੂ ਅਰਜਨ ਦੇ ਮਹਾਰਾਜ ਸਤਿਗੁਰੂ ਕਹਿੰਦੇ ਚੰਦੂ ਵਾਰ-ਵਾਰ ਨਾ ਸਾਨੂੰ ਕਹੇ, ਅਸੀਂ ਪਹਿਲੇ ਹੀ ਬਚਨ ਕਰ ਚੁੱਕੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਵਡਿਆਈ ਨਹੀਂ ਲਿਖਣੀ। ਹਾਂ, ਧਰਮ ਸਾਰੇ ਹੀ ਚੰਗੇ ਹੈ, ਇਹ ਨਹੀਂ ਲਿਖਣਾ ਵੀ ਉਹ ਚੰਗਾ, ਉਹਦੀ ਵਡਿਆਈ ਨਹੀਂ ਲਿਖਣੀ। ਤੇ ਕਾਲ ਪੁਰਖ ਦੀ ਵਡਿਆਈ ਹੈ ਇਹਦੇ ਵਿੱਚ, ਤਾਂ ਵਾਹਿਗੁਰੂ ਦੀ ਵਡਿਆਈ। ਤੇ ਨਾ ਸੀ ਧਰਮ ਕਬੂਲਣਾ। ਤੇਰੀ ਲੜਕੀ ਦਾ ਨਾਤਾ ਪ੍ਰਵਾਨ ਤਾਂ ਨਹੀਂ ਕਰਨਾ, ਤੂੰ ਹੰਕਾਰ ਭਰੇ ਬਚਨ ਕੀਤੇ ਐ। ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਰੀ ਆਖਿਆ, ਗੁਰੂ ਨਾਨਕ ਸਾਹਿਬ ਦੇ ਦਰ ਨੂੰ ਮੋਰੀ ਆਖਿਆ। ਤੇ ਮੇਰਿਆਂ ਗੁਰਸਿੱਖਾਂ ਦੀ ਬੇਨਤੀ ਹੈ, ਮੈਂ ਆਪਣੇ ਗੁਰਸਿੱਖ ਦਾ ਬਚਨ ਨਹੀਂ ਬੋਲਦਾ, ਨਹੀਂ ਮੋੜਦਾ ਮੈਂ ਬਚਨ ਆਪਣੇ ਗੁਰਸਿੱਖ ਦਾ। ਤੇ ਸਾਧ ਸੰਗਤ ਜੀ ਇਸ ਕਰਕੇ ਕੋਈ ਤੇਰੀ ਮੈਂ ਬੇਨਤੀ ਪ੍ਰਵਾਨ ਨਹੀਂ ਕਰਨੀ, ਕੋਈ ਤੇਰੀ ਸ਼ਰਤ ਨਹੀਂ ਮੰਨਣੀ। ਅਸੀਂ ਕਾਲ ਪੁਰਖ ਵਾਹਿਗੁਰੂ ਦੇ ਭਾਣੇ 'ਚ ਮਹਾਰਾਜ ਕਹਿੰਦੇ ਉਹਨਾਂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਰਹੇ ਹਾਂ, ਕਰ ਲਾ ਜੋ ਤੂੰ ਕਰਨਾ ਹੈ। ਉਸ ਵੇਲੇ ਸਾਧ ਸੰਗਤ ਜੀ ਜਲਾਦਾਂ ਨੂੰ ਆਖਿਆ, ਮਹਾਰਾਜ ਸਾਹਿਬ ਨੂੰ ਉਬਲਦੀ ਦੇਗ ਵਿੱਚ ਬਿਠਾਇਆ ਜਾਵੇ। ਤੇ ਸਾਧ ਸੰਗਤ ਜੀ ਚਲੋ ਅੱਜ ਤੇ ਠੰਡਾ ਮੌਸਮ ਹੈ ਨਾ, ਜਿੱਦੇ ਕੜਕਦੀ ਧੁੱਪ ਹੋਵੇ ਨਾ, ਤੇ ਮੇਰੇ ਪਿਤਾ ਨੂੰ ਚੇਤੇ ਕਰਕੇ ਵੇਖਿਓ ਵੀ ਆਹ ਧੁੱਪ 'ਚ ਮਹਾਰਾਜ ਉਬਲਦੀ ਦੇਗ ਵਿੱਚ ਬੈਠੇ, ਉਬਲਦੇ ਪਾਣੀ ਵਿੱਚ। ਮੈਂ ਫਿਰ ਕਹਿਣਾ ਮੇਰੇ ਵਰਗੇ ਏਸੀਆਂ 'ਚ ਬਹਿ ਕੇ ਔਰ ਜਾਂ ਠੰਡਾ ਮੌਸਮ ਹੈ, ਇਹ ਉਦੋਂ ਨਹੀਂ ਮਹਿਸੂਸ ਹੋਣਾ। ਦੁਪਹਿਰ ਦੇ ਵੇਲੇ ਕਿਤੇ ਮਹਾਰਾਜ ਵੱਲ ਕਿਤੇ ਝਾਤ ਮਾਰ ਕੇ ਵੇਖਿਓ, ਹੇ ਗੁਰੂ ਅਰਜਨ ਸਾਹਿਬ ਤੂੰ ਧੰਨ ਹੈ। ਉਬਲਦੀ ਦੇਗ ਵਿੱਚ ਬਹਿਣਾ ਸਾਧ ਸੰਗ ਕੋਈ ਸੌਖੀ ਖੇਡ ਨਹੀਂ ਹੈ, ਉਬਲਦੇ ਪਾਣੀ ਵਿੱਚ ਬਹਿਣਾ। ਮਹਾਰਾਜ ਸੱਚੇ ਪਾਤਸ਼ਾਹ ਦਾ ਜਦੋਂ ਉਬਲਦੀ ਦੇਗ ਵਿੱਚ ਬਿਠਾਇਆ ਗਿਆ ਨਾ, ਦੁਪਹਿਰ ਦਾ ਵੇਲਾ ਫਿਰ ਹੋਇਆ। ਚੰਦੂ ਜਲਾਦਾਂ ਨੂੰ ਕਹਿੰਦਾ ਤੱਤੀ ਲੋਹ ਮੰਗਵਾਈ ਜਾਵੇ, ਉਹਦੇ ਉੱਪਰ ਮਹਾਰਾਜ ਨੂੰ ਬਿਠਾਇਆ ਜਾਵੇ। ਗੁਰੂ ਅਰਜਨ ਸਾਹਿਬ ਤੱਤੀ ਲੋਹ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਸਰੂਪ ਸਤਿਗੁਰੂ ਤੇ ਸਾਧ ਸੰਗਤ ਜੀ, ਦੀਨ ਦੁਨੀਆ ਦੇ ਮਾਲਕ ਮਹਾਰਾਜ ਜਦੋਂ ਤੱਤੀ ਲੋਹ ਮੰਗਵਾਈ ਨਾ, ਜਲਾਦਾਂ ਨੇ ਗਰਮ ਕੀਤੀ ਹੈ ਲੋਹ। ਜਦੋਂ ਲਾਲ ਸੁਰਖ ਵਾਂਗੂ ਹੋ ਗਈ ਲੋਹ, ਆਟਾ ਪਾਇਆ ਗਿਆ, ਭੁੱਜ ਗਿਆ ਆਟਾ, ਇੱਕਦਮ ਸੜ ਕੇ ਸੁਆਹ ਹੋ ਗਿਆ। ਤੇ ਜਲਾਦਾਂ ਨੂੰ ਕਹਿੰਦੇ ਜੀ ਮਹਾਰਾਜ ਨੂੰ ਉਠਾ ਕੇ ਬਿਠਾਓ ਇਹਦੇ ਤੇ। ਸੱਚੇ ਪਾਤਸ਼ਾਹ ਕਹਿੰਦੇ ਕੋਈ ਸਾਡੇ ਨੇੜੇ ਨਾ ਆਵੇ, ਆਪ ਮਹਾਰਾਜ ਕਹਿੰਦੇ ਬੈਠਾਂਗੇ ਅਸੀਂ। ਮਹਾਰਾਜ ਦਾ ਪਵਿੱਤਰ ਸਰੀਰ ਸਾਧ ਸੰਗਤ ਜੀ ਆਲੂ ਵਾਂਗੂ ਛਿਲਿਆ ਗਿਆ। ਉਸ ਵੇਲੇ ਮਹਾਰਾਜ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਤਿਗੁਰੂ ਆਪਣੇ ਸਿੰਘਾਸਣਾ ਤੋਂ ਉੱਠੇ ਹੈ। ਮਹਾਰਾਜ ਨੇ ਸੱਜਾ ਚਰਨ ਜਦੋਂ ਲੋਹ ਤੇ ਰੱਖਿਆ ਨਾ, ਤੇ ਸੜਦੇ ਹੋਏ ਮਾਸ ਦੀ ਆਵਾਜ਼ ਆਈ ਏ। ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਗਏ। ਜਲਾਦਾਂ ਨੂੰ ਆਖਿਆ ਇਹਨਾਂ ਦੇ ਸੀਸ ਵਿੱਚ ਰੇਤਾ ਪਾਇਆ ਜਾਵੇ। ਇਹਨੂੰ ਯਾਸਾ ਦੀ ਸਜ਼ਾ ਕਹਿੰਦੇ ਆ, ਯਾਸਾ ਦੀ ਸਜ਼ਾ। ਖੂਨ ਨਹੀਂ ਧਰਤੀ ਤੇ ਡੁੱਲਣਾ ਚਾਹੀਦਾ, ਕੇਵਲ ਅੱਗ ਦੇ ਨਾਲ ਸ਼ਹੀਦ ਕਰਨੇ ਨੂੰ ਯਾਸ਼ਾ ਦੀ ਸਜ਼ਾ ਆਖਿਆ। ਧਿਆਨ ਰੱਖਣ ਯੋਗ ਗੱਲ ਹੈ ਇਹ। ਸਾਧ ਸੰਗਤ ਜੀ ਜਦੋਂ ਮਹਾਰਾਜ ਬੈਠੇ ਹੈ ਨਾ, ਭਾਈ ਪ੍ਰਾਣਾ ਦਾ ਰੋਣਾ ਨਿਕਲ ਗਿਆ। ਭਾਈ ਪ੍ਰਾਣਾ ਕਹਿੰਦਾ ਸੱਚੇ ਬਾਦਸ਼ਾਹ ਆਹ ਸਰੀਰ ਕਿਹਦੇ ਕੰਮ ਹੈ? ਮੈਂ ਤੱਤੀ ਤਵੀ ਤੇ ਬਹਿਣਾ, ਮੇਰੇ ਸਰੀਰ ਉੱਪਰ ਤੁਸੀਂ ਬੈਠੋ। ਜਦੋਂ ਸਾਧ ਸੰਗਤ ਜੀ ਭਾਈ ਪ੍ਰਾਣੇ ਨੇ ਇਉਂ ਆਖਿਆ ਨਾ, ਜਲਾਦਾਂ ਨੇ ਭਾਈ ਪ੍ਰਾਣੇ ਦੇ ਖਿੱਚ ਖਿੱਚ ਕੇ ਡੰਡੇ ਮਾਰੇ। ਉਸ ਵੇਲੇ ਮੇਰੇ ਗੁਰੂਦੇਵ ਬੋਲੇ, ਭਾਈ ਪ੍ਰਾਣਿਆ ਇਹ ਕੀ ਤੂੰ ਕਰ ਰਿਹਾ? ਮਹਾਰਾਜ ਮੈਥੋਂ ਦੇਖਿਆ ਨਹੀਂ ਜਾਂਦਾ। ਭਾਈ ਪ੍ਰਾਣੇ ਨੂੰ ਕਹਿੰਦੇ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ ਭਾਈ ਪ੍ਰਾਣੇ ਅੱਖਾਂ ਨੀਵੀਆਂ ਕਰ ਲਾ ਤੂੰ ਅੱਖਾਂ, ਇਹ ਭਾਣਾ ਇੱਦਾਂ ਹੀ ਵਰਤੂਗਾ। ਤੇ ਸਾਧ ਸੰਗਤ ਜੀ
उस वेले धन गुरु अर्जन देव महाराज इदां बैठे है, जेठ दा महीना, ओ सूरज की कड़कदी धुप दे विच शांति स्वरूप सतगुरु गुरु अर्जन देव महाराज जदों बैठे है ना, वो 5 सिख अखी हाल वेख रहे है। साध संगत जी सुनना ते कह लेना सौखा है, पर जेड़े पिता की सेवा कीती होवे ना, जेड़े मेरे गुरु अर्जन साहब ने लाड़ वो गुरसिखां नूं लड़ाउंदे प्यार करदे नवाजिया महाराज ने ब्रह्म ज्ञान दियां दातां दे के, ते ओ भाई पुराने वर्गियां तो देख नहीं सी हुंदा। साईं मियाँ मीर जी आए है, जदों साईं मियाँ मीर नूं पता लग्या ना, 5वें महाराज तत्ती तवी ते बह गए ते साध संगत जी बेहोश हो के डिग गया सी भाई साईं मियाँ मीर। जदों साईं मियाँ मीर ने वेख्या ना मेरे गुरुदेव, तत्ती तवी ते समाधि ला के बह गया, तत्ती तवी ते समाधि ला के बह गया, मालक सारी दुनिया दा ते साध संगत जी
ਸਾਈਂ ਮੀਆਂ ਮੀਰ ਜੀ ਬੇਹੋਸ਼ ਹੋ ਕੇ ਡਿੱਗੇ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਖਿਆ, ਸਾਈਆਂ ਇੱਕ ਵਾਰ ਹੱਸ ਕੇ ਤਾਂ ਬੋਲ, ਆ ਮਹਾਰਾਜ ਤੁਸੀਂ ਕੀ ਕਰ ਰਹੇ ਹੋ? ਸਾਧ ਸੰਗਤ ਜੀ, ਉਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਮਹਾਰਾਜ ਕਹਿੰਦੇ, ਸਾਈਂ ਜੀ ਇਹ ਸ਼ਹੀਦਾਂ ਦੀ ਨੀਂਹ ਪੱਥਰ ਰੱਖ ਰਹੇ ਆ, ਸ਼ਹੀਦਾਂ ਦਾ ਨੀਂਹ। ਮਹਾਰਾਜ ਕਹਿੰਦੇ, ਤੁਸੀਂ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਨਾ, ਅਸੀਂ ਕੱਖ ਨਹੀਂ ਨਾ ਤੁਹਾਨੂੰ ਆਖਿਆ। ਮਹਾਰਾਜ ਕਹਿੰਦੇ, ਸ਼ਹੀਦਾਂ ਦੀ ਨੀਂਹ ਪੱਥਰ ਰੱਖਣ ਲੱਗੇ ਆ ਅਸੀਂ, ਸਾਡੇ ਕੰਮ ਵਿੱਚ ਸਾਈਂ ਜੀ ਦਖ ਨਾ ਦਿਓ। ਮਹਾਰਾਜ ਇਹ ਹਾਲ ਨਹੀਂ ਮੇਰੇ ਤੋਂ ਦੇਖ ਹੁੰਦਾ, ਇਹ ਤੁਸੀਂ ਕੀ ਭਾਣਾ ਵਰਤਾ ਰਹੇ ਹੋ? ਮਹਾਰਾਜ ਹੁਕਮ ਕਰੋ ਹੁਕਮ, ਇਹ ਦਿੱਲੀ ਦੇ ਲਾਹੌਰ ਦੇ ਤਖਤ ਨੂੰ ਤਹਿਸ਼ ਨਹਿਸ਼ ਕਰ ਦੇਵਾਂ। ਮਹਾਰਾਜ ਕਹਿੰਦੇ, ਨਹੀਂ ਇਹ ਨਹੀਂ ਕਰਨਾ। ਤੇ ਸੱਚੇ ਪਾਤਸ਼ਾਹ ਜੀ ਫਿਰ ਹੁਣ ਬਚਨ ਕੀਤਾ ਮਹਾਰਾਜ ਨੇ, ਤੱਤੀ ਤਵੀ ਤੇ ਬੈਠਿਆਂ ਕੀ ਆਖਿਆ ਮਹਾਰਾਜ ਨੇ? ਸਾਈਂ ਜੀ ਤੁਸੀਂ ਆਖਿਆ ਸੀ ਨਾ ਬ੍ਰਹਮ ਗਿਆਨੀ ਵਿੱਚ ਧੀਰਜ, ਕਿੱਡੀ ਵੱਡੀ ਧੀਰਜ ਹੁੰਦੀ ਹੈ ਬ੍ਰਹਮ ਗਿਆਨੀ 'ਚ। ਤੇ ਮਹਾਰਾਜ ਕਹਿੰਦੇ, ਆ ਤੂੰ ਵੇਖ ਲੈ, ਪ੍ਰੈਕਟੀਕਲ ਕਰਕੇ ਵਿਖਾ ਰਹੇ ਆ। ਸਭ ਕੁਝ ਕੋਲ ਹੁੰਦਿਆਂ ਹੋਇਆਂ ਵੀ ਸੱਚੇ ਪਾਤਸ਼ਾਹ ਜੀ ਆਪਣੇ ਸਰੀਰ ਤੇ ਕਸ਼ਟ ਸਹਿ ਰਹੇ ਨੇ। ਇਹਨੂੰ ਕਹਿੰਦੇ ਆ ਬ੍ਰਹਮ ਗਿਆਨੀ ਕੇ ਧੀਰਜ ਏਕ, ਜੋ ਵਸੁਦਾ ਕੋ ਖੋਦੈ ਕਉ ਚੰਦਨ ਲੇਪ। ਧਰਤੀ ਨੂੰ ਕੋਈ ਪੁੱਟੀ ਜਾਵੇ, ਧਰਤੀ ਤੇ ਚੰਦਨ ਦਾ ਲੇਪ ਕਰੀ ਜਾਏ, ਕੋਈ ਫਰਕ ਨਹੀਂ ਪੈਂਦਾ ਧਰਤੀ ਨੂੰ। ਤੇ ਇਹ ਬ੍ਰਹਮ ਗਿਆਨੀ ਵਿੱਚ ਧੀਰਜ ਹੁੰਦੀ ਹੈ। ਸੱਚੇ ਪਾਤਸ਼ਾਹ ਨੇ ਜਦੋਂ ਇਉਂ ਬਚਨ ਆਖੇ ਨਾ, ਸਾਈਂ ਮੀਆਂ ਮੀਰ ਮਹਾਰਾਜ ਦੇ ਚਰਨੀ ਡਿੱਗ ਗਿਆ। ਹੇ ਸੱਚੇ ਪਾਤਸ਼ਾਹ, ਤੁਹਾਡੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਐਵੇਂ ਨਹੀਂ ਭਾਈ ਗੁਰਦਾਸ ਜੀ ਨੇ ਆਖਿਆ, ਗੁਰ ਅਰਜਨ ਵਿਟਹੁ ਕੁਰਬਾਨੀ, ਮਹਾਰਾਜ ਤੇਰੇ ਤੋਂ ਕੁਰਬਾਨ ਜਾਣਾ ਮੈਂ। ਤੇ ਸਾਧ ਸੰਗਤ ਜੀ, ਸਾਰਾ ਦਿਨ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਤਵੀ ਤੇ ਬਿਠਾਇਆ। ਮਹਾਰਾਜ ਦਾ ਸਰੀਰ ਫਲੂਏ ਵਾਂਗੂ, ਸਾਧ ਸੰਗਤ ਜੀ, ਸਰੀਰ ਮਾਸ ਮਹਾਰਾਜ ਦਾ ਪਵਿੱਤਰ ਸਰੀਰ ਦਾ ਮਾਸ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੜ ਗਿਆ, ਫਲੂਏ ਬਣ ਗਏ ਸਰੀਰ ਤੇ ਲੱਤਾਂ ਦੀਆਂ ਪਿੰਜਣੀਆਂ ਸਾਧ ਸੰਗਤ ਜੀ ਮਹਾਰਾਜ ਦੀਆਂ ਦਿਸਣ ਲੱਗ ਗਈਆਂ, ਹੱਡੀਆਂ ਦਿਸਣ ਲੱਗ ਗਈਆਂ ਪਿੰਜਣੀਆਂ ਦੀਆਂ। ਲੱਤਾਂ ਦਾ ਮਾਸ ਸੜ ਚੁੱਕਾ ਸੀ ਸਤਿਗੁਰੂ ਸਾਹਿਬ ਜੀ ਦਾ, ਤੇ ਚਿਹਰੇ ਦਾ ਨੂਰ ਮਹਾਰਾਜ ਦਾ ਉਹੀ ਚਿਹਰਾ ਗਦਗਦ ਕਰਦਾ ਜਿੱਦਾਂ ਪਹਿਲਾਂ ਮਹਾਰਾਜ ਦਾ ਚਿਹਰਾ ਗਦਗਦ ਕਰਦਾ ਸੀ। ਸੱਚੇ ਪਾਤਸ਼ਾਹ ਸ਼ਾਂਤੀ ਸਰੂਪ ਸ਼ਾਮਾਂ ਦਾ ਵੇਲਾ ਹੋਇਆ। ਚੰਦੂ ਦੀ ਨੂੰਹ ਸਾਧ ਸੰਗਤ ਜਿਹੜੀ ਸਿੱਖਾਂ ਦੇ ਘਰ ਦੀ ਲੜਕੀ ਸੀ, ਧੀ ਸੀ, ਇਹ ਮਹਾਰਾਜ ਕੋਲ ਆਈ ਹੈ ਰਾਤ ਦੇ ਵੇਲੇ, ਤੇ ਪਹਿਰੇਦਾਰ ਖੜੇ ਨੇ। ਐਡਾ ਸਖਤ ਪਹਿਰਾ ਲਾਇਆ ਸੀ ਕਿਤੇ ਸਿੱਖ ਬਗਾਵਤ ਨਾ ਕਰ ਦੇਣ। ਤੇ ਸਾਧ ਸੰਗਤ ਜੀ, ਚੰਦੂ ਦੀ ਨੂੰਹ ਆਈ ਹੈ ਸਾਧ ਸੰਗਤ ਜੀ, ਸਿੱਖ ਦੀ ਲੜਕੀ ਸੀ, ਪਰ ਵਿਆਹੀ ਗਈ ਸਾਗਤਾਂ ਦੇ ਘਰੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਆਖਿਆ, ਆਪਣੀ ਲੜਕੀ ਧੀ ਉੱਥੇ ਦੇਣੀ ਏ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ। ਪਰ ਅੱਜ ਦਾ ਸਮਾਂ ਇੱਥੇ ਕਮਲਿਆਂ ਨੂੰ ਵਿਆਹੀ ਜਾਂਦੇ ਐ। ਉਹ ਜਿਵੇਂ ਕਹਾਵਤ ਹੈ ਨਾ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਅਕਲ ਨਹੀਂ, ਭਾਵੇਂ ਡੱਕੇ ਦੀ ਭੋਰਾ ਵੀ ਖਾਂਦਾ ਪੀਂਦਾ, ਮੂੰਹ ਮਾਰਦਾ ਨਸ਼ੇ 'ਚ। ਤੇ ਮੇਰੇ ਗੁਰੂਦੇਵ ਨੇ ਕੀ ਆਖਿਆ ਸੀ, ਧੀ ਉੱਥੇ ਦੇਣੀ ਏ ਜਿੱਥੇ ਅਕਾਲ ਪੁਰਖ ਦੀ ਸਿੱਖੀ ਹੋਵੇ। ਪਰ ਸਾਧ ਸੰਗਤ ਜੀ, ਕੋਹਾਂ ਦੂਰ ਹੈ ਅੱਜ ਅਸੀਂ ਧਰਮ ਤੋਂ, ਕੋਹਾਂ ਹੀ ਦੂਰ। ਚੰਦੂ ਦੀ ਨੂੰਹ ਸੀ ਜਿਹੜੀ ਸਿੱਖ ਦੀ ਲੜਕੀ ਸੀ, ਮਹਾਰਾਜ ਕੋਲ ਆਈ ਹੈ। ਤੇ ਪਹਿਰੇਦਾਰ ਅੱਗੇ ਖੜੇ ਨੇ, ਮਾਇਆ ਦਾ ਲਾਲਚ ਦੇ ਕੇ ਮੈਨੂੰ ਸੇਵਾ ਕਰ ਲੈਣ ਦਿਓ। ਮੇਰੇ ਗੁਰੂਦੇਵ ਮੇਰੇ ਘਰ ਆਏ ਹੈ। ਸਾਧ ਸੰਗਤ ਜੀ, ਦੁੱਧ ਵਿੱਚ ਮਿੱਠਾ ਪਾ ਕੇ ਠੰਡਾ ਕਰਕੇ ਸਤਿਗੁਰਾਂ ਵਾਸਤੇ ਉਸ ਵੇਲੇ ਤੋਂ ਛਬੀਲਾਂ ਲੱਗਣੀਆਂ ਸ਼ੁਰੂ ਹੋਈਆਂ। ਉਸ ਵੇਲੇ ਤੋਂ ਜੇ ਚੰਦੂ ਦੀ ਨੂੰਹ ਲੈ ਕੇ ਆਈ ਨਾ, ਸਾਧ ਸੰਗਤ ਜੀ, ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੁੰਜੇ ਹੀ ਬੈਠੇ ਐ ਥੱਲੇ ਧਰਤੀ ਤੇ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਲਿਵ ਲੱਗੀ ਹੈ। ਮਹਾਰਾਜ ਨੂੰ ਕਹਿੰਦੀ, ਮਹਾਰਾਜ ਮੈਂ ਆਪ ਜੀ ਦੇ ਸਿੱਖ ਦੀ ਧੀ ਆ, ਲੜਕੀ ਆ, ਮਾੜੇ ਕਰ ਮੈਂ ਚੰਦੂ ਦੇ ਘਰੇ ਵਿਆਹੀ ਗਈ,
ਦੁਸ਼ਟਾਂ ਦੇ ਘਰੇ ਵਿਆਹੀ ਗਈ। ਮਹਾਰਾਜ ਅੱਖਾਂ ਸਾਹਮਣੇ ਮੈਂ ਆਪਣੇ ਗੁਰੂਦੇਵ ਤੁਹਾਡਾ ਨਰਾਦਰ ਨਹੀਂ ਵੇਖ ਸਕਦੀ, ਮੈਂ ਇੱਥੇ ਰਹਿਣਾ ਹੀ ਨਹੀਂ ਚਾਹੁੰਦੀ, ਕਿਰਪਾ ਕਰਿਓ ਜਦੋਂ ਆਪ ਜੀ ਜਾਣ ਲੱਗੇ ਮੈਨੂੰ ਵੀ ਨਾਲ ਹੀ ਲੈ ਕੇ ਜਾਇਓ। ਸਾਧ ਸੰਗਤ ਜੀ ਰਹਿਣਾ ਨਹੀਂ ਚਾਹੁੰਦੀ ਇੱਥੇ ਮੈਂ। ਉਸ ਵੇਲੇ ਮੇਰੇ ਗੁਰੂਦੇਵ ਨੇ ਆਖਿਆ, ਹੇ ਪੁੱਤਰੀ ਤੂੰ ਇਹਨਾਂ ਦੇ ਰਹਿਣ ਦੇ ਲਾਇਕ ਵੀ ਨਹੀਂ ਹੈ, ਅਸੀਂ ਜਾਵਾਂਗੇ ਕੱਲ ਨੂੰ ਜੋਤੀ ਜੋਤ ਸਮਾ ਜਾਣਾ ਹੈ। ਇਹ ਬਚਨ ਮਹਾਰਾਜ ਨੇ ਕੀਤੇ। ਤੂੰ ਵੀ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਪੈ ਜਾਈਂ, ਕੁਸ਼ਲ ਆਸਣ ਲਾ ਲਈ, ਤੈਨੂੰ ਅਸੀਂ ਨਾਲ ਹੀ ਆਪਣੀ ਪੁੱਤਰੀਏ ਲੈ ਜਾਵਾਂਗੇ ਸੱਚਖੰਡ ਨੂੰ। ਦੇਖੋ ਸਾਧ ਸੰਗਤ ਜੀ ਚੰਦੂ ਦੀ ਨੂੰਹ ਤੇ ਪ੍ਰੇਮ ਕਰਦੀ ਹੈ ਮਹਾਰਾਜ ਨਾਲ, ਮੇਰੇ ਗੁਰੂਦੇਵ ਹੈ, ਮੇਰੇ ਪਿਤਾ ਹੈ। ਤੇ ਸਾਧ ਸੰਗਤ ਜੀ ਉਸ ਵੇਲੇ ਮਹਾਰਾਜ ਨੂੰ ਕਹਿਣ ਲੱਗੀ, ਮਹਾਰਾਜਾ ਦੁੱਧ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਮਿੱਠਾ ਪਾ ਕੇ, ਠੰਡਾ ਦੁੱਧ ਹੈ ਛਕ ਲਵੋ। ਮੇਰੇ ਗੁਰੂਦੇਵ ਕਹਿੰਦੇ, ਪੁੱਤਰੀਏ ਮੈਂ ਮੋੜਨਾ ਤੇ ਨਹੀਂ ਹੈ ਤੁਹਾਨੂੰ, ਮੈਂ ਪ੍ਰਣ ਕਰ ਚੁੱਕਿਆ ਹਾਂ ਚੰਦੂ ਦੇ ਘਰ ਦਾ ਕੁਝ ਵੀ ਨਹੀਂ ਖਾਣਾ ਪੀਣਾ। ਹਾਂ ਆਵੇਗਾ ਸਮਾਂ ਛਬੀਲਾਂ ਲੱਗਿਆ ਕਰਨਗੀ, ਇਹ ਪਾਣੀ ਨੂੰ ਲੋਕ ਪੀਆ ਕਰਨਗੇ। ਤੇ ਵੇਖੋ ਪ੍ਰਸਾਦ ਸੰਗਤ ਜੀ ਮਹਾਰਾਜ ਦੇ ਦਿਨ ਤੇ ਮਹੀਨਾ ਮਹੀਨਾ ਲੱਗਦੀਆਂ ਨੇ ਛਬੀਲਾਂ ਸਤਿਗੁਰੂ ਸਾਹਿਬ ਜੀ ਦੇ ਨਾਮ ਤੇ। ਇਉਂ ਚੰਦੂ ਦੀ ਲੜਕੀ ਨਮਸਕਾਰ ਕਰਕੇ ਚਲੀ ਗਈ। ਦੂਜੇ ਦਿਨ ਮਹਾਰਾਜ ਨੂੰ ਫੇਰ ਤੱਤੀ ਤਵੀ ਤੇ ਬਿਠਾਇਆ, ਫੇਰ ਸੀਸ ਵਿੱਚ ਗਰਮ ਰੇਤਾ ਪਾਇਆ। ਤੇ ਸਾਧ ਸੰਗਤ ਜੀ ਸਾਰਾ ਦਿਨ ਚੰਦੂ ਕਹਿ ਢਾਉਂਦਾ ਰਿਹਾ। ਤੇ ਸਿੱਖ ਸੂਹਾਂ ਲੈਂਦੇ ਫਿਰਦੇ ਐ, ਕਿਤੇ ਖਬਰ ਮਿਲ ਜੇ ਨਾ ਮਹਾਰਾਜ ਦੀ। ਕੀ ਕਹਿ ਢਾ ਰਿਹਾ ਚੰਦੂ ਕੋਈ ਪਤਾ ਨਹੀਂ ਹੈ। ਲਾਲ ਹਵੇਲੀ ਵਿੱਚ ਨਜ਼ਰ ਬੰਦ ਨੇ ਮਹਾਰਾਜ, ਕੋਈ ਪਤਾ ਨਹੀਂ ਚੰਦੂ ਮਹਾਰਾਜ ਨਾਲ ਕੀ ਕਹਿ ਢਾ ਰਿਹਾ, ਕੀ ਕਸ਼ਟ ਦੇ ਰਿਹਾ। ਸਾਧ ਸੰਗਤ ਜੀ ਫਿਰ ਚੰਦੂ ਨੇ ਦੂਜੇ ਦਿਨ ਜਲਾਦਾਂ ਨੂੰ ਆਖਿਆ, ਕੱਚਾ ਚਮੜਾ ਲੈ ਕੇ ਆਓ, ਗਊ ਦਾ ਕੱਚਾ ਚਮੜਾ, ਤੇ ਉਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਸਰੀਰ ਨੂੰ ਮੜਾਂਗੇ, ਸਰੀਰ ਨੂੰ ਮੜ ਦੇਵਾਂਗੇ। ਤੇ ਜਿਉਂ-ਜਿਉਂ ਧੁੱਪੇ ਰੱਖਾਂਗੇ, ਜਿਉਂ-ਜਿਉਂ ਚਮੜਾ ਸੁੱਕੇਗਾ ਤੇ ਤਿਉਂ-ਤਿਉਂ ਉਹਦੇ ਵਿੱਚ ਬੈਠਾ। ਤੇ ਸਾਧ ਇਹ ਸਜ਼ਾ ਹੈ ਸਾਧ ਸੰਗਤ ਜੀ, ਕੱਚਾ ਚਮੜਾ ਲੈ ਲਿਆ ਜਾਂਦਾ, ਉਹਦੇ ਵਿੱਚ ਬਿਠਾ ਕੇ ਚਮੜੇ ਨੂੰ ਮੜ ਦਿੱਤਾ ਜਾਂਦਾ, ਸਰੀਰ ਦੇ ਦੁਆਲੇ ਧੁੱਪੇ ਰੱਖ ਦਿੱਤਾ ਜਾਂਦਾ। ਜਿਉਂ-ਜਿਉਂ ਚਮੜਾ ਸੁੱਕਦਾ ਤਿਉਂ-ਤਿਉਂ ਜਾਨ ਨਿਕਲਦੀ ਹੈ। ਫਿਰ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਉਂ ਆਖਿਆ, ਸਤਿਗੁਰੂ ਜੀ ਤੁਹਾਨੂੰ ਕੱਲ ਨੂੰ ਕੱਚੇ ਚਮੜੇ ਵਿੱਚ ਮੜਿਆ ਜਾਣਾ, ਮੰਨ ਲਓ ਹਜੇ ਵੀ। ਮਹਾਰਾਜ ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ। ਉਸ ਵੇਲੇ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛਿਆ, ਤੁਹਾਡੀ ਇੱਛਾ ਕੀ ਹੈ, ਆਖਰੀ ਇੱਛਾ? ਤਾਂ ਮਹਾਰਾਜ ਕਹਿੰਦੇ, ਅਸੀਂ ਰਾਵੀ ਦਰਿਆ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ, ਰਾਵੀ ਦਰਿਆ 'ਚ ਇਸ਼ਨਾਨ। ਤੇ ਸਾਧ ਸੰਗਤ ਜੀ ਉਸ ਵੇਲੇ ਜਦੋਂ ਮਹਾਰਾਜ ਸਾਹਿਬ ਜੀ ਨੇ ਆਉਂ ਆਖਿਆ ਨਾ ਰਾਵੀ ਦਰਿਆ 'ਚ ਇਸ਼ਨਾਨ ਕਰਨਾ ਹੈ, ਤੇ ਚੰਦੂ ਕਹਿੰਦਾ ਮਹਾਰਾਜ ਠੀਕ ਹੈ ਇਸ਼ਨਾਨ ਕਰਾਓ, ਇਸ਼ਨਾਨ ਕਰ ਆਓ ਤੁਸੀਂ। ਤੇ ਜਦੋਂ ਇਉਂ ਬਚਨ ਕੀਤੇ ਨਾ, ਫਿਰ ਕੱਲ ਦਾ ਜਿਹੜਾ ਦਿਨ ਹੈ ਨਾ, ਮਹਾਰਾਜ ਆਪਣੇ ਉੱਠ ਨਹੀਂ ਸੀ ਹੁੰਦਾ ਮਹਾਰਾਜ ਤੋਂ, ਸਰੀਰ ਸਾਰਾ ਸਾਧ ਸੰਗਤ ਜੀ ਮਾਸ ਸੜ ਗਿਆ। ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਹੋਏ ਨੇ ਦੇਬੂ ਜੀ, ਸੇਮ 1984। ਯਾਦ ਰੱਖਿਓ, ਕਿਤੇ ਇਤਿਹਾਸ ਨੂੰ ਪੜ੍ਹ ਕੇ ਵੇਖੋ, ਮੋਬਾਈਲਾਂ ਦੇ ਨਾ ਲੱਗੇ ਰਿਹਾ ਕਰੋ ਨੌਜਵਾਨੋ ਤੁਸੀਂ। ਭਾਈ ਗੁਰਦੇਵ ਸਿੰਘ ਜੀ ਦੇਬੂ ਪ੍ਰਿਸਾ ਲਾ ਲਾ ਕੇ ਮਾਸ ਨੂੰ ਸਾੜਿਆ। ਭਾਈ ਸੁਖਦੇਵ ਸਿੰਘ ਜੀ ਬੱਬਰ, ਭਾਈ ਅਨੋਖ ਸਿੰਘ ਜੀ ਬੱਬਰ ਸਲੀਖਾਂ ਗਰਮ ਕਰਕੇ ਸਰੀਰ ਵਿੱਚ ਲਗਾਈਆਂ 1984 ਦੇ ਵੇਲੇ। ਤੇ ਮੇਰੇ ਪਿਤਾ ਜੀ ਤਾਂ ਰਹੇ ਆ ਸਾਧ ਸੰਗਤ ਜੀ, ਡੇਰੋਗੇਟ ਹੋਈ ਹੈ ਪੁਲਿਸ ਦੀ, ਦੱਸਦੇ ਹੁੰਦੇ ਆ ਸਾਨੂੰ। ਸਿੱਖ ਕੌਮ ਦੀ ਸੇਵਾ ਹੈ, ਆਹ ਗਲ 'ਚ ਪਰਨੇ ਪਾ ਕੇ ਚੋਲੇ ਪਾ ਕੇ ਨਹੀਂ ਹੁੰਦੀ। ਸਿੱਖ ਕੌਮ ਦੀ ਜੇ ਸੇਵਾ ਕਰਨੀ ਹੈ, ਕੁਝ ਨਾ ਕੁਝ ਗਵਾਉਣਾ ਪੈਂਦਾ ਹੈ, ਕੁਝ ਨਾ ਕੁਝ ਗਵਾਉਣਾ। ਤੇ ਲੂਣ ਮੰਡੀ ਲੈ ਜਾਂਦੇ ਹੁੰਦੇ ਸੀ ਸਾਧ ਸੰਗਤ ਜੀ ਅੰਮ੍ਰਿਤਸਰ, ਉੱਥੇ ਸਿੰਘਾਂ ਨਾਲ ਜਿਹੜੀ ਸਾਧ ਸੰਗਤ ਜਿੰਨਾ ਕਹਿ ਢਾਉਂਦੇ ਸੀ ਉਸ ਵੇਲੇ ਦੀ ਸਰਕਾਰ। ਦੇਖੋ ਸਾਰੇ ਮਾੜੇ ਵੀ ਨਹੀਂ, ਸਾਰੇ ਚੰਗੇ ਵੀ ਨਹੀਂ। ਸਾਡੇ ਡੱਲੇ ਪਿੰਡ ਦੇ
ਕਈ ਪੁਲਿਸ ਮੁਲਾਜ਼ਮਾਂ ਨੇ ਸਾਡੇ ਪਿੰਡ ਦੇ ਨੇ, ਡੱਲੇ ਦੇ ਨਗਰ ਦੇ ਸਾਡੇ ਪੁਲਿਸ ਮੁਲਾਜ਼ਮਾਂ ਨੇ ਅਸਤੀਫੇ ਵੀ ਦਿੱਤੇ ਹੈ। ਡੈਡੀ ਜੀ ਨੂੰ ਮਿਲਦੇ ਹੁੰਦੇ, ਪਿਤਾ ਜੀ ਨੂੰ, ਕੀ ਨਾਮ ਸੀ, ਹਾਂ ਭਾਈ ਪ੍ਰੀਤਮ ਸਿੰਘ ਜੀ, ਉਹ ਪਿਤਾ ਜੀ ਨੂੰ ਮਿਲੇ, ਕਹਿੰਦੇ ਬਾਬਾ ਜੀ ਮੈਂ ਅਸਤੀਫਾ ਦਿੱਤਾ, ਮੈਥੋਂ ਨਹੀਂ ਸੀ ਚੀਕਾਂ ਸੁਣਿਆ ਜਾਂਦੀਆਂ ਸਿੰਘਾਂ ਦੀਆਂ। 18 ਸਾਲਾਂ ਦੇ ਨੌਜਵਾਨਾਂ ਬੱਚਿਆਂ ਨੂੰ ਲਿਜਾ ਕੇ ਸਾਧ ਸੰਗਤ ਜੀ ਤੇ ਕੁੱਟਣਾ ਮਾਰਨਾ, ਸਲੀਖਾਂ ਗਰਮ ਕਰਕੇ ਪ੍ਰਿਸਾਂ ਲਾਉਣੀਆਂ, ਪੁੱਠਾ ਲਟਕਾ ਕੇ ਕੇਸਾਂ ਨੂੰ ਫੜ ਕੇ ਕੇਸ ਨੂੰ ਕੁੱਟਣੇ। ਸਾਧ ਸੰਗਤ ਜੀ ਭਾਈ ਅਨੋਖ ਸਿੰਘ ਜੀ ਬੱਬਰ ਦੀ ਜੀਭ ਵੱਢ ਦਿੱਤੀ ਸੀ। ਜੀ ਨੇ ਪੁੱਛਿਆ ਸੀ ਨਿਤਨੇਮ ਦਾ ਸਮਾਂ ਕੀ ਹੋਇਆ, ਉਸ ਵੇਲੇ ਦੇ ਪੁਲਿਸ ਮੁਲਾਜ਼ਮ ਨੇ ਜੀਭ ਵੱਢ ਦਿੱਤੀ ਸੀ ਭਾਈ ਸਾਹਿਬ ਦੀ। ਤੇ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਗੁਰਦੇਵ ਸਿੰਘ ਜੀ ਕੌਂਕੇ, ਸਾਡੇ ਨੇੜੇ ਪਿੰਡ ਕੌਂਕੇ ਪਿੰਡ ਪੈਂਦਾ ਹੈ ਡੱਲੇ ਦੇ ਨਾਲ, ਤੇ ਇੰਨਾ ਭਾਈ ਸਾਹਿਬ ਦੀ ਟੈਰੋਗੇਟ ਕੀਤੀ, ਭਾਈ ਸਾਹਿਬ ਦੀਆਂ ਲੱਤਾਂ ਬਾਹਾਂ ਤੋੜ ਦਿੱਤੀਆਂ। ਆਏ 1984 ਦਾ ਹਾਲ, ਕਿਤੇ ਕਿਤਾਬ ਨੂੰ ਪੜ੍ਹ ਕੇ ਵੇਖਿਓ ਸਾਡੇ ਨਾਲ ਕੀ ਕੀ ਹੋਇਆ। ਤੇ ਸਾਧ ਸੰਗਤ ਜੀ ਨਾਮ ਦੁਨੀਆ ਤੇ ਐਵੇਂ ਨਹੀਂ ਰਹਿੰਦੇ, ਕਮਾਈ ਕਰਨੀ ਪੈਂਦੀ ਹੈ। ਕਮਾਈ ਲੋਕ ਐਵੇਂ ਨਹੀਂ ਬਾਬਾ ਸੰਤ ਗਿਆਨੀ ਕਹਿੰਦੇ, ਕਮਾਈ ਕਰਨੀ ਪੈਂਦੀ ਹੈ ਕਮਾਈ। ਤੇ ਪੁੱਛ ਕੇ ਵੇਖੋ ਅੱਜ ਵੀ ਸਾਧ ਸੰਗਤ ਜੀ ਰੋਣਾ ਨਿਕਲ ਆਉਂਦਾ। ਉਹ ਸਮੇਂ ਦੇ ਪਿਤਾ ਨੂੰ ਧੀ ਤੇ ਪਾਇਆ ਗਿਆ, ਮੈਂ ਸੰਕੋਚ ਕਰਦਾ ਇਹ ਬਚਨ ਕਹਿਣ ਤੋਂ, ਪਰ 84 'ਚ ਕੀ ਹੋਇਆ ਸਾਨੂੰ ਅਕਲ ਦੇ ਆਵੇ ਮਾੜੀ ਮੋਟੀ। ਨਿਰਵਸਤਰ ਕਰਕੇ ਪਾਇਆ ਗਿਆ, ਆਹ ਹਾਲ ਹੋਇਆ 1984 ਦੇ ਵੇਲੇ। ਭੁੱਲ ਜਾਗੇ ਅਸੀਂ? ਨਹੀਂ ਭੁੱਲ ਸਕਦੇ। ਕਹਿੰਦੇ ਜੀ ਭੁੱਲ ਜਾਓ ਤੁਸੀਂ 84, ਨਹੀਂ ਭੁੱਲਾਂਗੇ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ 'ਚ 90 ਅੰਗਾਂ 'ਚ ਗੋਲੀਆਂ ਮਾਰੀਆਂ, 90 ਅੰਗਾਂ 'ਚ, ਅੱਜ ਵੀ ਉਹਨੂੰ ਸ਼ਹੀਦੀ ਬੀੜ ਕਹਿੰਦੇ ਐ। ਕਾਲ ਤਖਤ ਸਾਹਿਬ ਤੇ ਸੁਭਾਏ ਮਾਨ ਹੈ, ਸਰੂਪਾਂ 'ਚ ਗੋਲੀਆਂ ਮਾਰੀਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਆਹ ਸਾਡੇ ਨਾਲ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਸਾੜਿਆ ਗਿਆ, ਸਰੂਪਾਂ ਨੂੰ ਸਾੜਿਆ ਗਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਠਣੀ ਮਹਾਰਾਜ ਤੋਂ ਹੋਇਆ, ਭਾਈ ਪੁਰਾਣੇ ਦੇ ਮੋਢੇ ਦਾ ਸਹਾਰਾ ਲੈ ਕੇ ਉੱਠੇ ਹੈ। ਵੱਡੀ ਚਾਦਰ ਦੀ ਮਹਾਰਾਜ ਨੇ ਬੁੱਕਲ ਮਾਰੀ ਹੈ। ਤੇ ਸਾਧ ਸੰਗਤ ਜੀ ਸਤਿਗੁਰੂ ਹੌਲੀ ਹੌਲੀ ਰਾਵੀ ਦਰਿਆ ਵੱਲ ਨੂੰ ਤੁਰੇ ਜਾ ਰਹੇ ਇਸ਼ਨਾਨ ਕਰਨ ਵਾਸਤੇ। ਬੜਾ ਸਖਤ ਪਹਿਰਾ ਲਾਇਆ ਗਿਆ ਚੰਦੂ ਨੇ। ਸਖਤ ਪਹਿਰੇ ਦੇ ਵਿੱਚ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਰਾਵੀ ਦਰਿਆ ਤੇ, ਅੱਜ ਪਾਕਿਸਤਾਨ 'ਚ ਹੈ ਰਾਵੀ ਦਰਿਆ, ਜਿੱਥੇ ਮਹਾਰਾਜ ਜੋਤੀ ਜੋਤ ਸਮਾਏ, ਇਸ਼ਨਾਨ ਪਾਣ ਕਰਨ ਜਾ ਰਹੇ ਹੈ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਜਿਉਂ ਹੀ ਦਰਿਆ ਰਾਵੀ ਦਰਿਆ 'ਚ ਇਸ਼ਨਾਨ ਕਰਨ ਲਈ ਵੜੇ, ਰਾਵੀ ਦਰਿਆ ਦਾ ਪਾਣੀ ਇਹ ਸਾਧ ਸੰਗਤ ਜੀ ਠੰਡਾ ਪਾਣੀ, ਸੀਤਲ ਪਾਣੀ ਮਾਰੇ ਦੇ ਸਰੀਰ ਨਾਲ ਸਪਰਸ਼ ਕਰਦਾ ਹੈ। ਤੇ ਸਾਧ ਸੰਗਤ ਜੀ ਉਸ ਵੇਲੇ ਮਹਾਰਾਜ ਇਸ਼ਨਾਨ ਪਾਣ ਕਰ ਰਹੇ ਨੇ, ਚੂੜੇ ਭਰ ਕੇ ਪਾਣੀ ਦੇ ਮੁਖ ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲੈ ਰਹੇ ਨੇ ਪਾਣੀ, ਆਪਣਾ ਮੁਖ ਧੋ ਰਹੇ ਹੈ। 5 ਸਿੱਖ ਮਾਰੇ ਦੇ ਖੜੇ ਵੇਖ ਰਹੇ ਨੇ। ਸਾਧ ਸੰਗਤ ਜੀ ਤੇ ਮੈਂ ਇਤਿਹਾਸ ਪੜ੍ਹਦਾ ਸੁਣਦਾ ਮਹਾਂਪੁਰਖਾਂ ਤੋਂ ਸੁਣਿਆ, ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਥਾ ਕਰਦੇ, ਅੱਜ ਵੀ ਟੇਪ ਰਿਕਾਰਡ ਵਿੱਚ ਬਚਨ ਨੇ। ਤੇ ਕਈ ਵਾਰੀ ਸੋਚੀਦਾ ਵੀ 5 ਸਿੱਖ ਕਿਵੇਂ ਮਹਾਰਾਜ ਵੱਲ ਵੇਖਦੇ ਹੋਣਗੇ। ਮੇਰੇ ਗੁਰੂਦੇਵ ਜੀ ਇਸ਼ਨਾਨ ਕਰ ਰਹੇ ਹੈ। ਉਸ ਵੇਲੇ ਸਾਧ ਸੰਗਤ ਜੀ ਰਾਵੀ ਦਰਿਆ ਛੱਲਾ ਮਾਰ ਕੇ ਪਾਣੀ ਆਉਂਦਾ ਹੈ, ਸੱਚੇ ਪਾਤਸ਼ਾਹ ਇਸ਼ਨਾਨ ਕਰ ਰਹੇ। ਠੋਕਰਾਂ ਨਾ ਮਾਰਿਓ ਰਾਵੀ ਦਿਆਂ ਪਾਣੀਆਂ, ਠੋਕਰਾਂ ਨਾ ਮਾਰਿਓ ਰਾਵੀ ਦਿਆਂ ਪਾਣੀਆਂ, ਰਾਵੀ ਦਿਆਂ ਪਾਣੀਆਂ।
ਰਾਵੀ ਦਰਿਆ 'ਚ ਇਸ਼ਨਾਨ ਮਹਾਰਾਜ ਨੇ ਕੀਤਾ। ਸਾਧ ਸੰਗਤ ਜੀ, ਰਾਵੀ ਦਰਿਆ ਤੋਂ ਬਾਹਰ ਇਸ਼ਨਾਨ ਕਰਕੇ ਆਏ ਨਾ, ਪੰਜਾਂ ਸਿੱਖਾਂ ਨੂੰ ਹੁਣ ਮਹਾਰਾਜ ਬਚਨ ਕਰ ਰਹੇ ਨੇ, ਆਖਰੀ ਬਚਨ। ਆਖਰੀ ਬਚਨ ਕੀਤਾ ਸਤਿਗੁਰਾਂ ਜੀ ਨੇ। ਭਾਈ ਬਿਧੀ ਚੰਦ ਜੀ ਨੂੰ ਆਖਿਆ, ਬਿਧੀ ਚੰਦ ਜੀ ਹੁਣ ਛੇਵੇਂ ਗੁਰੂ ਸਾਹਿਬ ਜੀ ਨੂੰ ਆਖਿਓ 2 ਤਲਵਾਰਾਂ ਧਾਰ ਕੇ ਰੱਖਣ, ਮੀਰੀ ਪੀਰੀ ਦੀਆਂ ਤਲਵਾਰਾਂ ਧਾਰ ਲੈਣ ਮਹਾਰਾਜ ਹੁਣ। ਇਹ ਬਚਨ ਮਹਾਰਾਜ ਨੇ ਉਸ ਵੇਲੇ ਕੀਤਾ। ਸਾਧ ਸੰਗਤ ਜੀ, ਆਖਿਆ ਤੁਹਾਡੀ ਮਾਤਾ ਨੂੰ ਆਖਿਓ, ਭਾਵ ਮਾਤਾ ਗੰਗਾ ਜੀ ਨੂੰ, ਬਿਧੀ ਚੰਦ ਜੀ ਆਪਣੀ ਮਾਤਾ ਨੂੰ ਆਖਣਾ ਧੀਰਜ ਰੱਖਣੀ ਹੈ, ਵਿਰਲਾਪ ਨਹੀਂ ਕਰਨਾ, ਰੋਣਾ ਨਹੀਂ। ਬਾਬਾ ਬਿਧੀ ਚੰਦ ਜੀ ਪੁੱਛਦੇ, ਮਹਾਰਾਜ ਆਪ ਜੀ, ਸਤਿਗੁਰੂ ਕਹਿੰਦੇ ਹੁਣ ਅਸੀਂ ਚੱਲੇ ਹਾਂ, ਸੱਚਖੰਡ ਚਲੇ ਜਾਣਾ ਹੈ, ਜੋਤੀ ਜੋਤ ਸਮਾ ਜਾਣਾ ਹੈ। ਬਾਬੇ ਬਿਧੀ ਚੰਦ ਦੀਆਂ ਭੁੱਬਾਂ ਨਿਕਲ ਗਈਆਂ। ਉਹ ਬਿਧੀ ਚੰਦ ਕਿਤੇ ਮਹਾਰਾਜ ਦੀ ਹੱਥੀਂ ਸੇਵਾ ਕਰਦਾ ਸੀ। ਰੋਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਪਾਣੀ ਛਕਾਉਣਾ, ਸੇਵਾ ਕਰਨੀ, ਗੁਰੂ ਸਾਹਿਬ ਦੇ ਕਿੰਨੀ ਵਾਰ ਦਰਸ਼ਨ ਕਰਨੇ। ਭਾਈ ਪੁਰਾਣੇ ਵਰਗੇ ਵਿਰਲਾਪ ਕਰਦੇ ਨੇ। ਮਹਾਰਾਜ ਕਹਿੰਦੇ, ਗੁਰਸਿੱਖੋ ਤੁਸੀਂ ਕਾਹਨੂੰ ਵਿਰਲਾਪ ਕਰ, ਤੁਹਾਨੂੰ ਤੇ ਪਤਾ ਹੀ ਹੈ ਨਾ ਸਰੀਰ ਤੇ ਝੂਠਾ ਹੈ, ਸਰੀਰ ਤੇ ਨਾਸ਼ਵੰਤ ਹੈ। ਤੇ ਸਤਿਗੁਰੂ ਮਹਾਰਾਜ ਨੇ ਜਦੋਂ ਇਉਂ ਬਚਨ ਕੀਤੇ ਨਾ, ਭਾਈ ਪੁਰਾਣਾ, ਭਾਈ ਪੈਣਾ ਲੰਗਾਹਾ ਔਰ ਬਾਬਾ ਬਿਧੀ ਚੰਦ ਸਾਹਿਬ ਜੀ ਸਤਿਗੁਰੂ ਮਹਾਰਾਜ ਨੂੰ, ਸਤਿਗੁਰੂ ਜੀ ਕਹਿੰਦੇ ਹੁਣ ਅਸੀਂ ਜੋਤੀ ਜੋਤ ਸਮਾਵਾਂਗੇ, ਸਾਡਾ ਸਰੀਰ ਦਾ ਸੰਸਕਾਰ ਕਰ ਦੇਣਾ, ਸਾਡੀਆਂ ਅਸਥੀਆਂ ਰਾਵੇ ਦਰਿਆ ਤੇ ਜਲ ਪ੍ਰਵਾਹ ਕਰ ਦੇਣੀਆਂ। ਮਾਤਾ ਗੰਗਾ ਜੀ ਨੂੰ, ਤੁਹਾਡੀ ਮਾਤਾ ਨੂੰ ਆਖਿਓ ਧੀਰਜ ਰੱਖਿਓ, ਕੀਰਤਨ ਕਰਿਓ ਗੁਰਬਾਣੀ ਦਾ। ਸਾਧ ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ 2 ਤਲਵਾਰਾਂ ਪਹਿਨਾ ਦੇਣੀਆਂ ਹੁਣ। ਇਹ ਬਚਨ ਮਹਾਰਾਜ ਨੇ ਕੀਤੇ ਆਖਰੀ। ਉਸ ਵੇਲੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਜਪਜੀ ਸਾਹਿਬ ਦਾ ਪਾਠ ਮਹਾਰਾਜ ਨੇ ਕੀਤਾ। ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਪੰਜਾਂ ਸਿੱਖਾਂ ਨੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਮੁਖੋਂ ਮਹਾਰਾਜ ਤੋਂ ਸੁਣਿਆ। ਉਸ ਵੇਲੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ, ਸਾਨੂੰ ਸਦਾ ਜੀ ਪ੍ਰੇਮ ਵਾਲਾ
श्री जपजी साहिब का पाठ करके महाराज कुशल आसन लाया। सतगुरु जी ज्योति जोत समा गए। अपनी जोत गुरु हरगोबिंद साहिब विच टिका के साध संगत जी उस वेले फिर पंजा सिखां ने संस्कार किया। सतगुरु जी के पवित्र शरीर का संस्कार करके अस्थियां नूं उसे रावी दरिया च जल प्रवाह किया। अज उस पवित्र स्थान बनया गुरुद्वारा डेरा साहिब पाकिस्तान दे विच है, जिथे मेरे गुरुदेव ज्योति जोत समाए। ऐसे सतगुरु गुरु अर्जन देव महाराज जिन्हां बारे भट्टां दी बाणी कहंदी है, तत् विचार यह मथरा जगतारन को अवतार बनायो, जपियो जिन अर्जन देव गुरु फिर संकट जोन घर बनायो। जी साध संगत जी गुरु अर्जन साहिब महाराज नूं नमस्कार करन दा भाव ही यह है, सतगुरु की सिੱਖਿਆ नूं धारण करना, सुखमणी साहिब नामे बाणी नूं पढ़ना। जो सुखमणी साहिब विच महाराज ने उपदेश दिते वो उपदेश नूं कमाउणा ही गुरु अर्जन साहिब नूं मनना है, ते फिर असीं पार हो सकांगे। ऐसे मेरे गुरुदेव की कुर्बानी शहादत महाराज ने दिती। साध संगत जी हाहाकार मच गई लाहौर विच, शांति स्वरूप सतगुरु जी नूं शहीद किया। जिस वेले भाई पंज सिख हरमंदर साहिब आए ते जदों महाराज ने गुरु हरगोबिंद साहिब जी ने पूछा, भाई पुराणे नूं दस मेरे गुरु पिता नाल चंदू ने की कीता, ते नले ते भाई पुराणा रोवे। साध संगत जी दसे महाराज सच्चे पातशाह बारे आ जुल्म ढाया। माता गंगा जी संगत च बैठे सी, तुहाडियां वर्गियां संगतां बैठियां महाराज दे चरनी। छेवें पातशाह दे डौले फड़ के उस वेले मेरे गुरु पिता नाल ये कीता चंदू ने। श्री अकाल तख्त साहिब ते महाराज सुभाए मान सी, सौं खाधी मैं चंदू दे नक विच नकेल पा के लेके आवांगा इत्थे। ते साध संगत जी बड़ा लम्मा इतिहास है। ते चंदू दी नक विच महाराज ने नकेल पाई सी। ऐसा दुष्ट पापी सी चंदू जिन्हें शांति स्वरूप सतगुरु साहिब जी नूं शहीद किया। साध संगत जी आप जी ने महाराज साहिब का इतिहास सरवण किया है। सतगुरु साहिब जी कृपा रखण। महाराज जी नूं शरधा दे फुल भेट आप जी ने कीते है। समा कढ़ के आप जी ने गुरु साहिब के दरबार विच हाजरियां भरियां ने। महाराज कृपा करन, सतगुर मेरा सदा सदा ना आवे ना जाए। वो आउण जाण वाला नहीं है, वो शरीर नहीं सी, वो ते आप अकाल पुरख है, वो अबनासी पुरख है। ते गुरु अर्जन साहिब अज भी साडे कोल ही है ना, गुरदा गद्दी ते विराजमान ने महाराज साहिब जी। हाँ ज्ञान दे नेत्र चाहिए ने देखण वास्ते, भगती दा प्रताप चाहिए देखण वास्ते। सुखमणी साहिब पढ़ो, मेरे गुरु अर्जन साहिब दे दर्शन होणगे। साध संगत जी गुरु साहिब कृपा करन। महाराज घर वेखे एक श्री जपजी साहिब का जरूर पाठ करो, 10-15 मिनट ही लगने हैं। नहीं कर सकते वो सुन लैन, अनपढ़ है वो 15 मिनट अभ्यास कर लैन जाप वाहिगुरु मंत्र का जां मूल मंत्र का। गुरु साहिब की पवित्र याद विच साध संगत जी जिन्हां ने गुरबाणी दे बदले साडे बदले महाराज कुर्बान हो गए। जेठ दे महीने वेखो ततियां तवियां ते सतगुरु बह गए। असीं साध संगत जी उन्हां नूं याद करदिआं होइआं असीं इन्ना कुछ जरूर उपराला करिए। महाराज कृपा करन। परसों रोज़ तो आप संगतां ने सच्चे गुरबाणी के 3 दिन प्रवाह चले, खंड पाठ साहिब प्रकाश होए, पाठी सिंघां ने बाणी महाराज की पढ़ी, सेवादारां ने चलो जिन्नी भी सेवा की महाराज उन्हां दी सेवा नूं पढ़ी हुई बाणी नूं थाए पाउण। वध चढ़ के महाराज के पवित्र इतिहासक दिहाड़े इदां ही मनाउंदे रहिए। सानूं भी पता लगे साध संगत जी गुरु साहिब ने अपने शरीर हुंदिआं की महाराज ने कीता, की साडे सिख कौम नाल होया, ये सानूं याद होना चाहिए है। दुनिया दीआं गल्लां बथेरियां याद ने, सानूं इतिहास सानूं चेते होना चाहिए। ते मैं नौजवान मुंडे मिले सी ते मैं कहना हुन्ना उन्हां नूं ठीक है केस रखनी बाद की गल है, पर इतिहास बारे जाणू होने जरूरी है, लाजमी है। पता होवे तुहानूं असीं कित्थों चले हाँ, की साडे नाल होया। ते जदों प्रभाव तुहाडे मन ते पै गया, आप दे आप धर्म नालों जुड़ोगे तुसीं आप दे आप, फिर जोड़न की लोड़ नहीं है। इतिहास साहित्यक पढ़ो, विद्वाना ज्ञानी ਸਿੰਘਾਂ नाल साध संगत जी विचार गोष्ठी करनी चाहिए है। महापुरखों दे जाके
ਪ੍ਰਵਚਨਾਂ ਨੂੰ ਬਚਨਾਂ ਨੂੰ ਸੁਣੋ, ਫਿਰ ਕਿਤੇ ਜਾ ਕੇ ਸਾਨੂੰ ਧਰਮ ਬਾਰੇ ਪਤਾ ਲੱਗੇਗਾ। ਮਹਾਰਾਜ ਜੀ ਕਿਰਪਾ ਕਰਨ, ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਦਾ ਇਤਿਹਾਸ ਪੜ੍ਹਦੇ ਹਾਂ, ਆਪ ਜੀ ਨੂੰ ਸਰਵਣ ਕਰਾਉਂਦੇ ਹਾਂ, ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾਸ ਨੂੰ ਬਖਸ਼ ਲੈਣਗੇ। ਆ ਪਿਆਰੀ ਸਾਧ ਸੰਗਤ ਨੇ ਬਖਸ਼ ਲੈਣਾ। ਸਾਧ ਸੰਗਤ ਜੀ ਹੁਣ ਆਨੰਦ ਸਾਹਿਬ ਦੇ ਜਾਪ ਹੋਣਗੇ, ਉਸ ਤੋਂ ਬਾਅਦ ਅਰਦਾਸ ਬੇਨਤੀ ਹੈ, ਫਿਰ ਹੁਕਮਨਾਮੇ ਆਪ ਸੰਗਤਾਂ ਨੇ ਸਰਵਣ ਕਰਨੇ ਨੇ। ਮਹਾਰਾਜ ਸਾਹਿਬ ਜੀ ਕਿਰਪਾ ਰੱਖਣ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਵੱਧ ਚੜ੍ਹ ਕੇ ਮਹਾਰਾਜ ਦੇ ਇਤਿਹਾਸਕ ਦਿਹਾੜੇ ਬਣਾਉਂਦੇ ਰਹੀਏ। ਗੁਰੂ ਸਾਹਿਬ ਜੀ ਆਪਣੇ ਕਾਰਜ ਮੈਂ ਆਪ ਸਮਾਇਆ, ਆਪ ਹੀ ਮਹਾਰਾਜ ਸਾਡੇ ਪਾਸੋਂ ਇਹ ਕਾਰਜ ਕਰਵਾ ਲੈਣ। ਸੱਚੇ ਪਾਤਸ਼ਾਹ ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭਾ ਮੇਲੇ। ਆਓ ਹੁਣ ਆਨੰਦ ਸਾਹਿਬ ਦੇ ਜਾਪ ਕਰੀਏ, ਫਿਰ ਸਮਾਪਤੀ ਹੈ। ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ ਆਨੰਦ ਮੇਰੀ ਮਾਏ ਆਨੰਦ ਪਿਆ, ਮੇਰੀ ਮਾਏ ਆਨੰਦ ਪਿਆ ਮੇਰੀ ਮਾਂ।